ਵਾਹਿਗੁਰੂ ਜੀ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰ ਠੇਉ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਵੇਲੇ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ, ਜੋ ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਦੀ ਵਿਚਾਰ, ਗਿਆਨ ਗੋਸ਼ਟ, ਸਿੱਧ ਗੋਸ਼ਟ ਅਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ, ਸ਼ੰਕੇ, ਸਧਾਰਨ ਵਿਅਕਤੀ ਦੇ ਸਧਾਰਨ ਸ਼ੰਕੇ, ਗਿਆਨਵਾਨਾਂ ਦੇ ਵੱਡੇ ਸ਼ੰਕੇ। ਇਸ ਤਰ੍ਹਾਂ ਸਿੱਧਾਂ ਦੇ ਬਹੁਤ ਭਾਰੀ ਸ਼ੰਕੇ ਨੇ। ਆਪਣੇ ਸਿੱਧੀਆਂ ਕਰਾਮਾਤਾਂ ਦੇ ਬਹੁਤ ਭਾਰੀ ਹੰਕਾਰ ਦੇ ਵਿੱਚ ਸਿੱਧ ਸੋਚਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਵਿਚਾਰ ਦੁਆਰਾ ਜਿੱਤ ਕੇ ਆਪਣਾ ਚੇਲਾ ਬਣਾ ਲਵਾਂਗੇ। ਸੋ ਉਹਨਾਂ ਨੇ ਆਪਣੇ ਮਨ ਵਿੱਚ ਇਹ ਵਿਚਾਰਿਆ, ਜੇ ਇਹ ਬਾਲਕ ਸਾਡਾ ਭੇਖ ਗ੍ਰਹਿਣ ਕਰ ਲਵੇ ਤਾਂ ਸਾਡੇ ਪੰਥ ਨੂੰ ਬਹੁਤ ਉਜਾਲਾ ਕਰੇਗਾ, ਪ੍ਰਗਟ ਕਰੇਗਾ। ਕਿਉਂਕਿ ਸਿੱਧਾਂ ਦੀ ਉਮਰ ਕਿਸੇ ਦੀ 200 ਸਾਲ, ਕਿਸੇ ਦੀ 500 ਸਾਲ, ਕਿਸੇ ਦੀ 1000 ਸਾਲ। ਗੁਰੂ ਨਾਨਕ ਦੇਵ ਜੀ ਦੀ ਉਮਰ ਥੋੜ੍ਹੀ ਹੋਣ ਕਰਕੇ ਉਹਨਾਂ ਸਾਹਮਣੇ ਮਹਿਸੂਸ ਕਰਦੇ ਸਨ ਇਹ ਬਾਲਕ ਹੈ। ਉਸ ਵੇਲੇ ਸਿੱਧਾਂ ਨੇ ਫਿਰ ਆਪਣੀ ਸ਼ਕਤੀ ਨਾਲ ਇੱਕ ਸਰੋਵਰ ਜੋ ਲਾਗੇ ਸੀ ਉਹਦੇ ਵਿੱਚ ਰਤਨ, ਜਵਾਹਰ, ਲਾਲ, ਮਣੀਆਂ ਸ਼ਕਤੀ ਨਾਲ ਬਹੁਤ ਭਰ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਖੱਪਰ ਤੋਂ ਭਾਵ ਇੱਕ ਬਰਤਨ ਹੁੰਦਾ ਜੋਗੀਆਂ ਦਾ, ਉਹ ਮਹਾਰਾਜ ਨੂੰ ਦੇ ਕੇ ਕਹਿਣ ਲੱਗੇ, ਉਹ ਸਾਹਮਣੇ ਇੱਕ ਸਰੋਵਰ ਹੈ ਭਰੇ, ਜਾਓ ਅਸੀਂ ਪਾਣੀ ਪੀਣਾ ਹੈ, ਉਹਦੇ 'ਚੋਂ ਪਾਣੀ ਭਰ ਕੇ ਲਿਆਓ। ਜਦੋਂ ਮਹਾਰਾਜ ਜੀ ਗਏ ਜਲ ਲੈਣ ਵਾਸਤੇ, ਵੇਖਿਆ ਪਾਣੀ ਦੀ ਜਗ੍ਹਾ ਤੇ ਰਤਨ, ਜਵਾਹਰ, ਮਾਣਕ ਪਏ ਨੇ। ਹੁਣ ਸਤਿਗੁਰੂ ਨੂੰ ਕੌਣ ਧੋਖਾ ਦੇ ਸਕਦਾ? ਸਤਿਗੁਰੂ ਅੰਤਰਜਾਮੀ ਸਭ ਜਾਣਦੇ ਨੇ, ਕਰਨ ਕਾਰਨ ਪਤਤ ਪਾਵਨ ਗੁਰੂ ਜਾਣਦੇ ਨੇ। ਇਹ ਲੋਕ ਮੈਨੂੰ ਲਾਲਚ ਦੇਣਾ ਚਾਹੁੰਦੇ ਨੇ ਅਤੇ ਮੈਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ। ਸੋ ਮਹਾਰਾਜ ਤਾਂ ਕਹਿੰਦੇ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾਉ। ਸੋ ਚਾਰ ਪਦਾਰਥਾਂ ਦੇ ਤਾਪ ਸੱਚੇ ਪਾਤਸ਼ਾਹ ਦਾਤੇ ਨੇ। ਮਹਾਰਾਜ ਨੇ ਵਾਪਸ ਆ ਕੇ ਉਹ ਖੱਪਰ ਮੋੜ ਦਿੱਤਾ। ਸਤਿਗੁਰੂ ਕਹਿਣ ਲੱਗੇ, ਉੱਥੇ ਪਾਣੀ ਨਹੀਂ ਹੈ ਭਾਈ। ਸਿੱਧ ਹੱਕੇ ਬੱਕੇ ਜੇ ਰਹੇ ਵੀ ਉੱਥੇ ਤਾਂ ਇੰਨਾ ਕੁਛ ਅਸੀਂ ਹੀਰੇ ਮੋਤੀ ਜਵਾਹਰਾਤ ਖਿਲਾਰੇ ਸੀ, ਇਹਨਾਂ ਨੂੰ ਲਾਲਚ ਨਹੀਂ ਆਇਆ। ਭਾਈ ਗੁਰਦਾਸ ਜੀ ਲਿਖਦੇ ਨੇ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਦਰਸ਼ਨ ਤੋਂ ਭਾਵ ਸਾਡਾ ਭੇਖ ਗ੍ਰਹਿਣ ਕਰ ਲਵੇ। ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਜਿਆਲਾ। ਕਲਯੁਗ ਦੇ ਸਮੇਂ ਵਿੱਚ ਇਹ ਸਾਡੇ ਪੰਥ ਨੂੰ ਦੂਰ ਦੂਰ ਤੱਕ ਫੈਲਾ ਦੇਣਗੇ ਜੇ ਸਾਡੇ ਵਿੱਚ ਰਲ ਜਾਣ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ, ਉੱਠ ਚਾਲਾ ਬਾਬਾ ਆਇਆ ਪਾਣੀਆਂ, ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਾਹੀਂ ਉਸਤਾਲਾ। ਮਹਾਰਾਜ ਕਹਿੰਦੇ ਉੱਥੇ ਪਾਣੀ ਤਾਂ ਹੈ ਹੀ ਨਹੀਂ। ਫਿਰ ਸਤਿਗੁਰੂ ਮਹਾਰਾਜ ਨੂੰ ਸਿੱਧ ਜਾਣਗੇ ਕਿ ਇਹ ਤਾਂ ਬਹੁਤ ਨਿਰਲਾਲਚ ਨੇ, ਉੱਚੀ ਪਦਵੀ ਦੇ ਮਾਲਕ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ, ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਇਸ ਤਰ੍ਹਾਂ ਮਹਾਰਾਜ ਨੇ ਸਿੱਧਾਂ ਨੂੰ ਸ਼ਬਦ ਦੇ ਦੁਆਰਾ ਜਿੱਤਿਆ। ਅਖੀਰ ਕਹਿਣ ਲੱਗੇ, ਮਹਾਰਾਜ ਤੁਸੀਂ 68 ਤੀਰਥਾਂ ਤੇ ਨਹੀਂ ਨਹਾਤੇ ਹੋਣੇ, ਚਲੋ ਤੁਹਾਨੂੰ ਇਹਦੇ ਨਾਲ ਇਸ਼ਨਾਨ ਕਰਵਾ ਲਈਏ, ਤੀਰਥਾਂ ਤੇ ਚੱਲਦੇ ਆ, ਇਹ ਨਾਲ ਰਤਨ ਜਵਾਹਰ ਮਾਣਕ ਆਦਿਕ ਪ੍ਰਾਪਤ ਹੁੰਦੇ ਨੇ, ਬੰਦੇ ਨੂੰ ਮੁਕਤੀ ਮਿਲ ਜਾਂਦੀ ਹੈ, ਚਾਰ ਪਦਾਰਥ ਮਿਲਦੇ ਨੇ। ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣ ਲੱਗੇ। ਉਹਨਾਂ ਦਾ ਮਤਲਬ ਸੀ ਕਿ ਸਤਿਗੁਰੂ ਮਹਾਰਾਜ ਨੂੰ ਭਰਮਾ ਕੇ ਆਪਣਾ ਚੇਲਾ ਕਿਵੇਂ ਨਾ ਕਿਵੇਂ ਬਣਾ ਲਈਏ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਜੇ ਤਿਸ ਭਾਵਾਂ, ਗੱਲ ਬਣਦੀ ਜਦੋਂ ਉਹਨੂੰ ਭਾ ਜਾਈਏ। ਪਰਮਾਤਮਾ ਨੂੰ ਕੀ ਭਾਉਂਦਾ ਹੈ?
महाराज कहते ने एक छोटा जिहा अक दा टिड्डा अक ते बह के माड़ा जिहा खाण वाला अते ओ जे कहंदा वाहिगुरू वाहिगुरू ओ मेरे लिए चंगा। जे एक हाथी डके फूके खे उड़ावे 100 मन हाथी खा जांदा खाना ते फिर ओ डके उड़ाउंदा उच्ची उच्ची चीकां मारदा दरख्त पट दिंदा सवाह उत्ते पा लैंदा। वो परमात्मा नूं नहीं पाउंदा भाव के जीव हाथी की तरह हंकारिया होया जीव नहीं पाउंदा। निमरता गरीबी वाला गुरसिख भा जांदा। साधना करके इंसान नूं हंकार हुंदा। हंकार तो बचदे होए कमाई करन वाले सियाणे गुरसिख हुंदे ने। इस करके गुरु नानक देव जी कहण लगे तीरथ नहावा जे तिस भावा। महाराज कहण लगे भाई सिद्धो तीर्थां ते नहावा तो भाव इशनान करना तद सफला है। सो ये नन्ने कन्ना वावे कन्ना नावा भारा ही करके बोलना तीर्थ नहावा क्योंकि नहावा अखर ही तीर्थ से नहाना सिद्ध करेगा। रामदास सरोवर नहाते उत्थे नाते नहीं नाते तो रिश्ते नाते हुंदे ने नहाते नहाउणा वेण भाणे के नहाए करी। महाराज कहने जे तिस परमात्मा नूं भा जाइए ना वो इशनान कीता होया भा जावे फिर तो वो सफल है इशनान कीता। जदों परमात्मा नूं भाउंदा ही नहीं नहा के की करना। जे परमात्मा नूं मंजूर ना होवे तां तीर्थ इशनान करना निष्फल ही हो जांदा। अंतर मैल जे तीर्थ नहावै तिस वैकुंठ ना जाना। महाराज कहंदे ने असल सिद्धांत जिहड़ा समझाउणा सी सारी दुनिया नूं ਉਹ ਇਹ ਸੀ कि जो परमात्मा नूं भाउंदा है असल विच उही कारज साडा सफला हुंदा। सो इस तरह सतगुरु महाराज ने गुरबाणी के अंदर ऐसा वचन भी कीता है जां तिस भावां तद ही गावां तां गावे का फल पावां। इस तरह जे तीर्थां ते नहाउण लई कई चीज़ां ऐसियां आ भी जांदियां किते किते आपां नूं थोड़ी जी साखी सुणाउणी पैंदी है। सो जिवें तुलसीदास जी कांशी च निवास करते सी जदों स्वै इच्छा अनुसार जगन्नाथ की यात्रा नूं गए तो उत्थे उन्होंने वो पत्थर जे हुंदे ने पूजा वाले वो सस्ते मिलते देख के खरीद ले। पिछों परमेश्वर जी ने संतां दा रूप धारिया उन्होंने घरे आए उहदी पत्नी नूं पुछण लगे तुलसी जी कित्थे गए ने। कहंदी वो तां जी यात्रा गए ने। उस वक्त साधु बने परमेश्वर ने कहा नहीं यात्रा नहीं तो सौदा खरीदन गया। पत्नी हैरान हुई सौदा खरीदन गया। जदों वापस आके पूछया कोई आया सी पिछों कहंदे कोई महात्मा आए सी मैं क्या वो तीर्थ नहाउण गए ने यात्रा ते गए जगन्नाथ। वो साधु कहंदे वो तो सौदा करन गए ने। एकदम जिवें करंट वजदा मन नूं भी उन्हां नूं पता लग गया भी ਇਹਦਾ मतलब मेरी यात्रा लगी नहीं। कहने मैं ये जो लैके आया पत्थर जे वापस करके आवा सालग्राम कहते ने पर अपनी इस्त्री नूं दस्सिया बहाना जिहा बना के फिर चले गए मैं तीर्थ नहाउण चलिया। जदों वापस करन गए वो पत्थर परमेश्वर फिर संतां दा रूप धारण करके आ गए। कित्थे गए ने कहंदे जी वो तीर्थ नहाउण गए। कहंदे काहनूं वो तां मोड़न गए पत्थर जे लैके आया सालग्राम। फिर आके पूछा पिछों कोई आया सी कहंदे एक साधु आया सी वो कहंदे सी वो पत्थर मोड़न गए। फिर सोचा मेरी यात्रा इसदा मतलब सफल ही नहीं हुई। फिर ऐन एक मन हो के गए ना कुछ उथों मैं खरीदांगा सिर्फ इशनान करके पाठ करके घरे मुड़ना। तीजी बारी परमात्मा साधु का रूप धारण करके जदों आए कहने किधर गए ने तुलसीदास जी। उन्हां दी पत्नी कहण लगी वो तो जी यात्रा गए ने। कहने हाँ हुण यात्रा गया हुण वो सौदा नहीं करन गया। सतगुरु महाराज कहने इस तरह संसार के लोग नाले कोशिश करते उतों चलो फलाने थां यात्रा चलते हैं उतों चीज़ां भी सस्तियां मिल जाणगियां नाले चीज़ां खरीद लियावांगे। कई लोग तो फिर उसदा व्यापार भी करन लग पे उत्थे फलानी थां आ चीज़ सस्ती है नाले मत्था टेक आवांगे नाले चीज़ बेच के अपना किराया कढ लांगे। हुण सतगुरु महाराज कहते नहीं ये जिहड़ा संसार के लोगों की सियाणप है ये परमात्मा नूं भाउंदे नहीं क्योंकि तीर्थां ते इशनान करना तदों सफल है जे परमात्मा नूं भावां तो भाव चाहना करे
बिन भाने तो भाव बिना चाहे दे नहा के की करने, जे नाम नहीं जपना ठा तीर्थां ते नहा लिया। हुण भगत कबीर जी दे कोल एक बार साधु संत आए, प्रसादा छकाया, सब नूं कहंदे संतो किधर जा रहे हो? कहंदे गंगा यात्रा जा रहे, तुसीं भी नाल चलो, 68 तीर्थां ते जाना असीं। कबीर जी तां ब्रह्म ज्ञानी सी, वो कहंदे चलो मैं तां की जाना, आ मेरी तूंबी लै जाओ, भाव कौड़ तूंबी जी देती, वो बहुत ही कौड़ी हुंदी ज्यादा ही। उस वक्त जदों दे दिता, 68 तीर्थां ते इशनान करा के साल 2 साल लग जांदे सी। मुड़े जदों कबीर जी कहंदे ये हरेक थां मेरी कौड़ तूंबी दी टुब्बी लवा लिओ पानी च। जदों लिया के कबीर जी ने दित्ती, कबीर जी ने कहा लोई लै बई आ कौड़ तूंबी तो तर गई, 68 तीर्थ नहा के आई, ये तो मिठी हो गई होनी, ਇਹਦੀ चटनी बना संतां नूं छकाईए सारिਆਂ ਨੂੰ। जद अद्धी अद्धी रोटी खा ली सारिਆਂ संतां ने, कहंदे वो चटनी तो रही गई, चटनी फिर जान के लेट वरताई, जदों मूँह च पाई इन्नी कौड़ी जहर वर्गी चटनी, थू थू करदे फिरन सारे। कहंदे कबीर जी आह की खवाता, रोटी का स्वाद ही। कहंदे उही कौड़ तूंबी चटनी जिहड़ी 68 तीर्थां ते नवा के लिआंदी है, मिठी नहीं हुई? कहंदे महाराज ये तो जहर वर्गी है। सो इस करके लौकी 68 तीर्थ नहाई, कौरा पन तऊ न जाई, ये शब्द उत्थे उचारिया। फिर सो इस करके जिहड़ा कौड़े सुभाव वाला ईरखालू द्वैशी मनुख है, वो कोई भी कर्म करे, हुण तीर्थां ते नहाता की करू? लोकी जांदे ने, जाके अपने भी लोग नहाउंदे ने सरोवरां पर जदों तक गुरबाणी दा अभ्यास नहीं, पाठ नहीं, विचे गल्लां करी जाणियां, पहलां बाहर ना नहाउणा, इस तरह करके मैं तो नहाया भी उत्थे। सतगुरु महाराज सच्चे पातशाह कहने नहाउण तो बड़ियां मर्यादावां ने, पहलां इशनान करना टूटियां ते, फिर सरोवर च वड़न तो पहलां अरदास करनी है सूखम कि सतगुरु मैं इशनान करन लग्या किरपा करियो, फिर सरोवर दे विच जल सरधा नाल भावना नाल इशनान करदिआं पाठ करना जपजी साहब दा। इस तरह सतगुरु महाराज कहते ने तीर्थ उत्ते नहाता होया, पाठ कीता होया, सेवा कीती होई, कोई भी कर्म उदों सफल है जो वाहिगुरू नूं भाउंदा है। जे परमात्मा नूं तुहाडा कीता होया कर्म नहीं भाउंदा है तो उहदे दर ते प्रवान ही नहीं हुंदा है। इस करके उहदे दर ते प्रवान कोई भी चीज तां हुंदी जे ओह परमात्मा दा भाणा मन्ने अते नाम जपे ते निमरता च रहे। जे हौमे विच आके तीर्थ नहाता, सो कहने तीर्थां दे उत्ते बहुत लोग नहाउंदे ने और फिर कां दी तरह रौला पाउंदे ने, मैं इन्नी बारी गया, मैं इन्नी बारी नहाता। सतगुरु महाराज कहने आपां ने बिना दस्से जो कर्म करना उहदे च लाभ ज्यादा है। हुण जिवें महाराज ने बचन कहा है वडहंस दी आवाज चौथे पातशाह ने, धन धन सो गुरसिख कही है जो सतगुर चरणी जाए पिया, धन धन सो गुरसिख कही है जिन हर नामा मुख राम कहया, धन धन सो गुरसिख कही है जिस हर नाम सुनिया मन आनंद भया, धन धन सो गुरसिख कही है जिन सतगुर सेवा हर कर नाम लिया, तिस गुरसिख का हों सदा नमस्कारी, जो गुर कै भाणै गुरसिख चलिया। गुरसिख दी वड्डी चीज है, वो ठीक है चरनी जाए पिया, मुखों राम भी कहा, नाम सुन के आनंद भी आया, सतगुर दी सेवा करके हरि नाम भी लिया, इन्हां नूं नमस्कार कीती। किहनूं कीती? तिस गुरसिख हों सदा नमस्कारी, जो गुर कै भाणै गुरसिख चलिया। भाणे का अर्थ नहीं हुंदा कि कोई चढ़ाई कर गया भाणा मान लिया, कोई दुख की घड़ी आ गई भाणा मान लिया। भाणे का अर्थ है हुक्म मनना। जेड़ा बंदा तीर्थ नहावा जे तिस भावा, बिन भाणे के नहाए कई, जे मैं हुक्म तो कोई मनता नहीं तो तीर्थां पर नहावा जाके। जो कलगीधर जी ने हुक्म कीते ने खालसे नूं, उन्हां नूं तो मन्ने ना, ते हुक्म कोई मन्निया नहीं ते इशनान करिया। सतगुरु महाराज इसे तरह इत्थे भी समझाउंदे ने कि जे भाणा की चीज है, अमृत वेले उठना भी उहदा भाणा, ककार पाउणे, अमृत छकना, बाणी पढ़नी, ये सारा कुछ उहदे भाणे तो भाव उहदे हुक्म विच। भाणे दा अर्थ हुक्म है, जो उहदे भाणे विच चलदा, उहदे हुक्म अनुसार चलदा है।
हुक्म रजाई चलना नानक लिखिया नाल, ये पहला कह आए ने महाराज सच्चे पातशाह। सो इस तरीके नाल महाराज कहने ने तीर्थ उत्ते नहाउण दा फल जिहड़ा है ना वो तां मिलना जे परमात्मा दे बाकी दे कहे हुए सारे नियम भी नाल निभावांगे। इस तरह सतगुरु महाराज ने सिद्धां नूं जिहड़ा है ना तीर्थ नहावण जाओ, तीर्थ नाम है, तीर्थ शब्द विचार अंतर ज्ञान है। महाराज कहने ये चीज है कि जदों थनेसर नामे तीर्थ उत्ते जाना सी, गुरु नानक साहब नूं कहण लगे तीर्थां ते आपां इशनान करन जाना है, उदों भी महाराज ने कहा सी कि तीर्थ ते इशनान करना की है, शब्द दी विचार करनी जिहड़ी नानक गुर समान तीर्थ नहीं कोई, साचे गुरु गोपाला। जे कहिए गुरु ग्रंथ साहिब नूं मत्था टेक के प्यार नाल परिक्रमा करो महाराज दीआं, जदों परिक्रमा कीतियां प्यार नाल गुरु ग्रंथ साहिब महाराज दे कोल चौर साहब कीते, बैठे गुर तीर्थ गुर पार जात। महाराज कहने गुरु ही तीर्थ है, यही तो तुसीं समझदे नहीं हो। तीर्थां ते इशनान करने करके हीरे आदि जे प्राप्त हुंदे भाई, जेती सिर ठेओ पाई वेखा विण कर्मा के मिलै लई। कक्के नूं सिहारी लगी होण करके जे बिहारी हुंदी तां की बोलदे जिन्ना मर्जी लम्मा कर लो, पर कक्के दी सिहारी जिहड़ी आ ना वो लम्मी हो गई ते बिहारी कहंदी के। इस करके महाराज कहंदे जेती सिर ठेओ पाई वेखा। आम तौर ते पाठ 50% जाने गलत करते, जेती श्रेष्ठ कही जाते हैं इत्थे पाठ च, सिरठ नहीं कहते। सस्सा रारा ठट्ठा लिखिया सिहारी लगी, तो ये देखिया ही नहीं है, तो बिहारी लगी कि सिहारी लगी है, सस्सा बनया नहीं। जेती सिरठ जितनी करता पुरख दी पैदा कीती सृष्टि कहने में वेखदा हाँ उपाई वेखा विण कर्मा के मिलै लई। उस विच किसी नूं बिना भागां तो की मिलदा की कोई लै लैंदा, कदे देखिया? कर्मा तो बिना कोई लैंदा। विण कर्मा किछ पाईया ना ही जे बहुत तेरा धाव है। इस करके महाराज सच्चे पातशाह कहंदे ने क्योंकि आपां इहदे साखियां बहुत घट लाउणीਆਂ, साखियां वाली जां होर विस्तार वाली कथा तां आपां श्रवण कर ही सकते हैं, जो पहला भरी बाद विच भी किते फेर समा लग्या। कथा संपूर्ण तो बाद फिर एक बार जपजी साहब की विस्तार सहित कथा हो सकती है जे गुरां नूं भाया। ये तो सिर्फ इन्ना कह कि नितनेम करन वाले गुरसिख नूं अखरी अर्थ याद हो जाण, ताकि वो जो रोज पाठ करे तो उन्होंने पता होवे कि जेती सिरठ हो पाई वेखा विण कर्मा के मिलै लई। बस पाठ करते हैं ये अर्थां च ध्यान रखना, जिन्नी दुनिया पैदा की मैं देख रहा बिना कर्मा तो किसी ने की लै लिया, किसी नूं की मिलिया, इन्ने विच ही बंदे की तसल्ली हो जाती जो अर्थ मन च आ जाए। क्योंकि मन नूं कीलना अर्थ ने, मन ताइयों नहीं टिकता जो अर्थ तो आउंदा नहीं। चलो अर्थ भी नहीं आउंदा, अखां विच भी ध्यान नहीं जाता, फिर ध्यान किते होर मन किते होर, इस तरीके नाल मानसिक तौर पर आपां परेशान हो जाते हैं। तां ते सतगुरु महाराज सच्चे पातशाह कहंदे ने देखो भई जिहड़ी आ ना गल रतन जवाहर माणक दी तुसीं करदे हो, मत विच रतन जवाहर माणिक जे एक गुर की सिख सुनी, मम्मे कन्ना नाणे लगी हुई सिहारी कक्का माणिक। तो इस तरीके नाल जिवें पंडित अखर भी आउंदा डड्डा मुक्ता ते पंडित भी आउंदा दित पंडित, या जिहा जिहा अखर लिखिया होवे उहा जी बोल देना चाहिए। सोदर दे विच आउंदा। महाराज कहने जिन्हां ने एक गुरां दी सिक्ख्या सुन के मत विच ग्रहण कर ली ना एक बारी, उन्हां नूं रतन जवाहर माणक आदिक सब पदार्थ वैसे ही मिल जांदे ने। अंतर रतन जवेहर माणक गुर किरपा ते लीजै, गुरु उपदेश जवाहर माणक सेवे सिख सो खोज लहै। जो सिख गुरु के उपदेश नूं सेमदे ने, मनदे ने, मत विच धारण करदे ने, वो रतन जवाहर माणक आदिक नूं प्राप्त कर लैंदे ने। पर रतन जवाहर माणक इत्थे वो चीज़ां नहीं कहियां, दुनियावी तो रतन जवाहर माणक सुभावक ही मिल जांदे ने। जिन्हां ने सतगुरु महाराज पासों एकता वाली सिक्ख्या सुन के मत विच धारण कर लई ना, एकता केड़ी केड़ी एकता होगी? जीव अते ईश दी एकता।
शब्द ਅਤੇ ਸੁਰਤ ਦੀ ਏਕਤਾ, ਸ਼ਬਦ ਅਤੇ ਸੁਰਤ ਦੀ ਏਕਤਾ ਹੁੰਦੀ ਜ਼ਰੂਰੀ। ਫਿਰ ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਜਿਹੜਾ ਰਤਨ ਹੁੰਦਾ ਵਿਰਾਗ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਜਵਾਹਰ ਕੀ ਹੈ? ਗਿਆਨ ਪ੍ਰਗਟ ਹੋ ਜਾਂਦਾ ਹੈ। ਮਾਣਿਕ ਕੀ ਚੀਜ਼ ਹੈ? ਸ਼ਰਵਣ, ਮੰਨਣ, ਨਿਧਿਆਸਣ। ਇਹ ਤਿੰਨ ਗੁਣ ਪੈਦਾ ਹੋ ਜਾਂਦੇ। ਸੁਣਨਾ, ਮੰਨਣਾ, ਮੰਨ ਕੇ ਕਮਾਉਣਾ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਮੋਤੀ ਚਿੱਟਾ ਹੁੰਦਾ, ਇਸ ਕਰਕੇ ਚਟਿਆਈ ਵਿੱਚ ਕੀ ਇਸ਼ਾਰਾ? ਸ਼ੁੱਧਤਾ ਦਾ, ਮਨ ਉਜਲ ਹੋ ਜਾਣਾ, ਇਹੀ ਮੋਤੀ ਹੈ ਅੰਦਰ। ਮਣੀ ਕੀ ਚੀਜ਼ ਹੈ? ਭਗਤੀ। ਹੀਰਾ ਕੀ ਹੈ? ਨਾਮ। ਇਤਿਆਦਿਕ ਸਾਰੇ ਸ਼ੁਭ ਗੁਣ ਨੂੰ ਪ੍ਰਾਪਤ ਹੋ ਜਾਂਦੇ ਨੇ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਾਮ ਦੀ ਮਹਿਮਾ ਦੱਸੀ ਹੈ ਕਿ ਜੇ ਗੁਰਾਂ ਦੀ ਸਿੱਖਿਆ ਰੋਜ਼ ਬੰਦਾ ਸੁਣਦਾ ਰਹੇ ਨਾ, ਤੇ ਮਤ ਦੇ ਵਿੱਚ ਬੰਦੇ ਦੇ ਇਹ ਰਤਨ, ਜਵਾਹਰ, ਮਾਣਕ, ਮੋਤੀ, ਮਣੀ, ਹੀਰਾ ਨਾਸਵੰਤ ਪਦਾਰਥ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਵਿਰਾਗ, ਗਿਆਨ, ਵਿਵੇਕ ਜਿਹੜਾ ਹੈ, ਸਰਵਣ, ਮੰਨਣ, ਨਿਧਿਆਸਣ, ਸ਼ੁੱਧਤਾ, ਭਗਤੀ ਤੇ ਨਾਮ, ਇਹ ਅਸਲੀ ਹੀਰੇ ਮੋਤੀ ਨੇ ਗੁਰਸਿੱਖ ਦੇ ਕੋਲੇ। ਮਹਾਰਾਜ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਜਿਹੜੀ ਸਿੱਖਿਆ ਦਿੱਤੀ ਹੈ, ਤੇ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ। ਗੁਰਾ ਇੱਕ ਦੇਹ 부ਝਾਈ, ਕਹਿੰਦੇ ਗੁਰਾਂ ਨੇ ਇਹ ਇੱਕ ਗੱਲ ਸਮਝਾ ਦਿੱਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਨੇ ਤਾਂ ਉਹਨਾਂ ਦਾ ਇਸ਼ਾਰਾ ਅਕਾਲ ਪੁਰਖ ਵੱਲ ਹੁੰਦਾ ਹੈ। ਜਦੋਂ ਦੂਜੇ ਪਾਤਸ਼ਾਹ ਨੇ ਫਿਰ ਬਾਣੀ ਉਚਾਰੀ ਤਾਂ ਉਹਨਾਂ ਨੇ ਆਪਣਾ ਇਸ਼ਾਰਾ ਗੁਰੂ ਨਾਨਕ ਸਾਹਿਬ ਵੱਲ ਕੀਤਾ। ਪਹਿਲੇ ਪਾਤਸ਼ਾਹ ਕਹਿੰਦੇ ਮੇਰੇ ਸਤਿਗੁਰੂ ਅਕਾਲ ਪੁਰਖ ਨੇ, ਕਿਉਂਕਿ ਮੈਂ ਉਹਨਾਂ ਨੂੰ ਗੁਰੂ ਧਾਰਿਆ। ਪਹਿਲਿਆਂ ਨੂੰ ਗੁਰੂ ਦੂਜਿਆਂ ਨੇ ਧਾਰਿਆ, ਦੂਜਿਆਂ ਨੂੰ ਤੀਜਿਆਂ ਨੇ ਧਾਰਿਆ। ਕਿਉਂ? ਇਸ਼ਾਰਾ ਬਾਕੀ 9 ਸਰੂਪਾਂ ਦਾ ਪਹਿਲੇ ਪਾਤਸ਼ਾਹ ਵੱਲ, ਪਹਿਲਿਆਂ ਦਾ ਅਕਾਲ ਪੁਰਖ ਵੱਲ ਹੈ। ਇੱਥੇ ਹੁਣ ਪਹਿਲੇ ਪਾਤਸ਼ਾਹ ਕਹਿੰਦੇ ਗੁਰਾ ਇੱਕ ਦੇਹ 부ਝਾਈ, ਹੇ ਮਹਾਰਾਜ ਮੈਨੂੰ ਇੱਕ ਸਿੱਖਿਆ ਸਮਝਾ ਦਿਓ। ਇਹ ਆਪਾਂ ਕਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਾਂ ਨੇ ਮੈਨੂੰ ਇੱਕ ਸਿੱਖਿਆ ਸਮਝਾ ਦਿੱਤੀ ਕਿ ਸਭਨਾ ਜੀਆ ਕਾ ਏਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਸਾਰਿਆਂ ਜੀਆਂ ਦਾ ਇੱਕੋ ਹੀ ਮਾਲਕ ਹੈ, ਸਭ ਜਾਚਕ ਤੂੰ ਏਕੋ ਦਾਤਾ, ਮੰਗੈ ਹੱਥ ਪਸਾਰੀ। ਇਹ ਪੰਕਤੀ ਸਾਨੂੰ ਈਰਖਾ, ਦਵੈਸ਼ ਤੋਂ ਰਹਿਤ ਕਰਦੀ ਹੈ, ਸੰਸਾਰ ਭਰ ਦੇ ਸਾਰੇ ਜੀਵਾਂ ਪ੍ਰਤੀ ਪਿਆਰ ਪੈਦਾ ਕਰਦੀ ਹੈ, ਕੋਈ ਦੂਜਾ ਨਹੀਂ। ਇਹ ਪੰਕਤੀ ਕਹਿੰਦੀ ਸਾਰੇ ਹੀ ਉਸ ਦੇ ਨੇ। ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। 6ਵੀਂ ਪੌੜੀ ਦੇ ਵਿੱਚ 90 ਅੱਖਰ ਕੁੱਲ ਉਚਾਰਨ ਕਰਕੇ। ਆਪਾਂ ਜ਼ਿਆਦਾ ਵਿਸਥਾਰ 'ਚ ਨਹੀਂ ਜਾਣਾ ਤਾਂ ਕਿ ਇੰਨੀ ਸੂਖਮ ਕਥਾ ਇਸ ਢੰਗ ਦੀ ਕਰੀਏ ਵੀ ਬੱਚਾ ਵੀ ਇਸ ਨੂੰ ਸਮਝ ਲਵੇ ਵੀ ਮੈਂ ਜਪਜੀ ਸਾਹਿਬ ਪੜ੍ਹਨ ਵੇਲੇ ਇਹਨਾਂ ਅਰਥਾਂ ਦਾ ਧਿਆਨ ਰੱਖਣਾ ਹੈ। ਫਿਰ ਆਪਸ ਵਿੱਚ ਬੈਠ ਕੇ ਵਿਚਾਰਿਆ ਸਿੱਧਾ ਨੇ ਕਿ ਕਲਯੁਗੀ ਜੀਵਾਂ ਦੀ ਉਮਰ ਥੋੜੀ ਹੈ, ਇਹਨਾਂ ਨੂੰ ਉਮਰ ਵਧਾਉਣ ਦਾ ਲੋਭ ਦੇ ਕੇ ਆਪਣੇ ਚੇਲੇ ਬਣਾ ਲਈਏ ਵੀ ਉਮਰ ਵਧਾਉਂਦੇ ਆ ਅਸੀਂ ਬੰਦੇ ਦੀ, ਕਿਉਂਕਿ ਲੋਕਾਂ ਨੂੰ ਉਮਰ ਵਧਾਉਣ ਦੀ ਬੜੀ ਇੱਛਾ ਹੁੰਦੀ ਹਰੇਕ ਨੂੰ। ਇਹ ਗੱਲ ਉਹਨਾਂ ਨੇ ਵਿਚਾਰ ਕੇ ਗੁਰੂ ਨਾਨਕ ਦੇਵ ਜੀ ਨੂੰ ਬਚਨ ਕੀਤਾ ਤੁਸੀਂ ਸਾਡੇ ਚੇਲੇ ਬਣ ਜਾਓ, ਫਿਰ ਅਸੀਂ ਤੁਹਾਡੀ ਉਮਰ ਨਾ 4 ਯੁੱਗ ਜਿੰਨੀ ਲੰਮੀ ਕਰ ਦਿਆਂਗੇ, ਧਰਤੀ ਸਾਰੀ ਤੇ 9 ਖੰਡ ਨੇ, ਇਹਨਾਂ ਤੁਹਾਡਾ ਪ੍ਰਤਾਪ ਵੱਧ ਜਾਵੇਗਾ। ਜਿੱਥੇ ਜਾਇਆ ਕਰੋਗੇ ਨਾ ਤੁਹਾਡੇ ਨਾਲ ਦੁਨੀਆ ਚੱਲੇਗੀ, ਲੋਕ ਚੱਲਣਗੇ, ਜੈ ਜੈਕਾਰ ਹੋਵੇਗੀ। ਪਤਾ ਨਹੀਂ ਕੀ ਹੁਣ ਲਾਲਚ ਦੇਣ ਲੱਗੇ ਨੇ। ਹੁਣ ਪਾਤਸ਼ਾਹ ਉਹਨਾਂ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ 4 ਯੁੱਗਾਂ ਦੀ ਉਮਰ ਕਰ ਦਿਆਂਗੇ, ਪਰ ਅਸੀਂ ਕਹਿੰਦੇ ਹਾਂ 4 ਯੁੱਗ ਚਾਹੇ ਹੋਰ ਦਸੂਣ 10 ਗੁਣਾ ਵੀ ਬਹੁਤੀ ਹੋ ਜਾਵੇ, 10 ਚੌਕਾ 40 ਅਰਥਾਤ 40 ਯੁੱਗ ਦੀ ਉਮਰ ਹੋ ਜਾਵੇ,
ਕਲਪਾਂ ਕਲਪ ਉਮਰ ਵੱਧ ਜਾਵੇ। 4 ਯੁੱਗ ਜਦੋਂ ਲੰਘ ਜਾਂਦੇ ਨੇ, ਫੇਰ 4 ਲੰਘ ਜਾਂਦੇ ਨੇ, ਫੇਰ 4 ਯੁੱਗ ਜਦੋਂ 10 ਵਾਰੀ ਲੰਘ ਜਾਣ, 10 ਚੌਕਾ 40 ਨੂੰ ਇੱਕ ਕਲਪ ਕਹਿੰਦੇ ਨੇ। ਇੱਕ ਕਲਪ ਉਮਰ ਹੋ ਜਾਵੇ ਬੰਦੇ ਦੀ। ਮਹਾਰਾਜ ਕਹਿੰਦੇ ਜੇਕਰ ਤੁਹਾਡੇ ਕਹਿਣ ਮੁਤਾਬਕ 4 ਯੁੱਗ ਉਮਰ ਹੋ ਵੀ ਜਾਵੇ, ਸਾਡੇ ਕਹਿਣ ਮੁਤਾਬਕ 10 ਗੁਣਾ ਹੋਰ ਵੱਧ ਵੀ ਜਾਵੇ, ਭਾਵ 44 ਯੁੱਗ ਵੀ ਉਮਰ ਹੋ ਜਾਵੇ, ਚਲੋ ਮੰਨ ਲਓ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਵੀ ਹੋ ਜਾਵੇ। ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਕਹਿੰਦੇ ਇਹ ਕੁਰੂਖੇਤ, ਇਲਾਬ੍ਰਤ, ਭਾਰਤ ਖੰਡ ਆਦਿਕ 9 ਖੰਡ ਨੇ ਕੁੱਲ। ਪੁਰਾਣੀ ਬੋਲੀ ਸੀ ਜਦੋਂ ਤਾਂ ਕਿੰਗ ਪੁਰਖ ਇੱਕ ਖੰਡ ਸੀ, ਫਿਰ ਭਦਰ ਖੰਡ, ਕੇਤਮਾਲ ਖੰਡ, ਹਰਵਰਖ ਖੰਡ, ਹਿਰਣਿਆ ਖੰਡ, ਰਮਿਆ ਖੰਡ, ਕੁਰੂਖੇਤ ਖੰਡ, ਇਲਾਬ੍ਰਤ ਖੰਡ, ਭਾਰਤ ਖੰਡ। ਭਾਰਤ ਵਰਸ਼ ਜਿਹੜਾ ਨੂੰ ਭਾਰਤ ਖੰਡ ਕਹਿੰਦੇ ਨੇ। ਹੁਣ ਇਹ ਬਦਲ ਗਏ, ਏਸ਼ੀਆ ਯੂਰਪ ਬਣ ਗਿਆ। ਤੋ ਇਤਿਹਾਦਕ ਅਲੱਗ-ਅਲੱਗ ਜੇ 9 ਆਸਟ੍ਰੇਲੀਆ ਇੱਕ ਵੱਖਰਾ ਹਿੱਸਾ ਜਿਹਾ ਬਣ ਗਿਆ, ਉਹਨਾਂ ਦੇ ਵੱਖਰੇ ਨਾਂ ਪੈ ਗਏ। ਅੰਗਰੇਜ਼ੀ 'ਚ ਹੋਰ ਨਾਂ, ਪੁਰਾਣੇ ਨਾਂ ਹੋਰ ਨੇ। ਮਹਾਰਾਜ ਕਹਿੰਦੇ 9 ਖੰਡਾਂ ਵਿੱਚ ਪ੍ਰਤਾਪ ਵੀ ਜਾਣਿਆ ਜਾਵੇ ਤੇ ਜਿਸ ਜਗ੍ਹਾ ਤੋਂ ਤੁਰੀਏ ਉਸ ਜਗ੍ਹਾ ਤੋਂ ਸਭ ਕੋਈ ਨਾਲ ਚੱਲੇ, ਇੰਨਾ ਸਤਿਕਾਰ ਵੀ ਹੋ ਜਾਵੇ, ਦੁਨੀਆ ਨਾਲ ਵੀ ਮੇਰੇ ਤੁਰ ਪਵੇਗੀ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਇਹ ਲੇ ਤਾਂ ਬੋਲਿਆ ਕਿ ਜੇ ਕੱਲਾ ਹੀ ਲੱਲੇ ਲਾ ਹੁੰਦੀ ਤਾਂ ਲੇ ਕੱਲਾ ਹੀ ਬਣ ਜਾਏ। ਹੁਣ ਈੜੀ ਨੂੰ ਸਿਹਾਰੀ ਲਾ ਕੇ ਨਾਲ ਲਿਖਣ ਕਰਕੇ ਲੇ ਥੋੜਾ ਜਿਹਾ ਹੋਰ ਜ਼ਿਆਦਾ ਲਮਕਾ ਕੇ ਕਹਿਣਾ। ਕਹਿੰਦੇ ਅਵਤਾਰਾਂ ਵਾਲਾ ਚੰਗਾ ਨਾਮ ਰਖਾ ਕੇ ਜਸ ਇਸ ਲੋਕ ਵਿੱਚ ਅਤੇ ਕੀਰਤੀ ਪਰਲੋਕ 'ਚ ਲੈ ਲਵੇ। ਜਸ ਹੁੰਦਾ ਮੂੰਹ ਤੇ ਕਰਨਾ, ਜਿਵੇਂ ਕੋਈ ਬੰਦਾ ਤੁਹਾਨੂੰ ਮਿਲੇ ਉਹ ਜਸ ਕਰਦੇ, ਪਿੱਠ ਪਿੱਛੇ ਆਪਾਂ ਉਹਦੀ ਨਿੰਦਾ ਕਰ ਦਿੰਦੇ ਹਾਂ। ਕਹਿੰਦੇ ਮੰਨ ਲਓ ਵੀ ਇਉਂ ਵੀ ਹੋ ਜਾਵੇ, ਮੂੰਹ ਤੇ ਵੀ ਵਡਿਆਈ, ਪਿੱਛੋਂ ਵੀ ਕੀਰਤੀ ਕਰਨ ਲੋਕ, ਫੇਰ ਕੀ ਹੋ ਜੂ। ਸੋ ਜਿਵੇਂ ਜਜਾਤੀ ਰਾਜਾ ਇੱਕ ਹੋਇਆ ਨਾ, ਉਹਨੇ ਆਪਣੀ ਕੀਰਤੀ ਕਰਾਈ। ਸੋ ਜਿਵੇਂ ਇੱਕ ਵਿਰਾਗੀ ਸੀ, ਉਹਦੇ ਪਾਸੋਂ ਕਿਸੇ ਨੇ ਪੁੱਛਿਆ ਤੇਰੇ ਗੁਰੂ ਦਾ ਕੀ ਨਾਂ, ਤਾਂ ਉਹਨੇ ਕਿਹਾ ਮੇਰੇ ਗੁਰੂ ਦਾ ਨਾਮ ਰੁਲਦੂ ਹੈ। ਫਿਰ ਪੁੱਛਿਆ ਤੇਰਾ ਨਾਂ ਕੀ ਹੈ, ਕਹਿੰਦਾ ਜੀ ਗੁਰੂ ਦੀ ਦਇਆ ਨਾਲ ਮੇਰਾ ਨਾਮ ਸ਼੍ਰੀਮਾਨ ਸੰਤ ਹਰਚਰਨ ਕਮਲ ਰਾਜ ਧੂੜੀ ਦਾਸ ਸਾਹਿਬ ਜੀ ਹੈ। ਆਪਣਾ ਨਾਮ ਵੱਡਾ ਸਾਰਾ ਲਿਖਤਾ ਉਹਨੇ। ਤੇ ਇਸ ਤਰ੍ਹਾਂ ਲੰਬਾ ਲੰਬਾ ਨਾਮ ਰਖਾ ਕੇ ਜਸ ਦੇ ਕੀ ਕਰਾਉਣ ਵਾਲੇ ਕਰਮਾਂ ਵਿੱਚ ਪ੍ਰੀਤੀ ਕਰਨੀ, ਜਗਤ ਵਿੱਚ ਲੈਣਾ ਕਰੇ। ਜਸ ਮੂੰਹ ਸਾਹਮਣੇ, ਕੀਰਤੀ ਪਿੱਠ ਪਿੱਛੇ ਜੇ ਹੋ ਵੀ ਜਾਵੇ। ਮਹਾਰਾਜ ਕਹਿੰਦੇ ਚਲੋ ਮੰਨ ਲਿਆ ਇੰਨਾ ਕੁਛ ਤਾਂ ਹੋ ਗਿਆ, ਇਹ ਤਾਂ ਕਰੀ ਗਏ ਆਪਾਂ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਪਰ ਜੇਕਰ ਅਜਿਹਾ ਪੁਰਸ਼ ਉਹ ਗੁਣ ਨਿਧਾਨ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੇਠ ਨਾ ਆਇਆ, ਇੰਨਾ ਵੱਡਾ ਨਾਂ ਰਖਾਇਆ, ਇੰਨੀ ਲੰਬੀ ਉਮਰ ਹੋ ਗਈ, ਜਸ ਕੀਰਤੀ ਵੀ ਲੈ ਲਈ, ਹੁਣ ਪ੍ਰਮਾਤਮਾ ਦੀ ਨਿਗਾਹ 'ਚ ਤਾਂ ਹੈ ਹੀ ਨਹੀਂ ਉਹ। ਹੁਣ ਇਹ ਜਿਹੜਾ ਬੰਦਾ ਉਹ ਪ੍ਰਮਾਤਮਾ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ, ਉਹ ਕਹਿੰਦਾ ਮੈਂ ਹੀ ਬਹੁਤ ਵੱਡਾ ਆਪਣੇ ਆਪ 'ਚ। ਇਹ ਵੀ ਨਾਲ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵੇ, ਇਹਨੂੰ ਅਨਵੈ ਅਰਥ ਕਹਿੰਦੇ, ਜੇ ਉਲਟਾ ਕੇ ਅਰਥ ਕਰਨਾ। ਚਲੋ ਮੰਨ ਲਓ ਵੀ ਪਰਮਾਤਮਾ ਨੂੰ ਨਹੀਂ ਉਹ ਸਮਝਦਾ ਹੀ ਕੱਖ ਨਹੀਂ, ਕਿਉਂ ਇਹ ਸਾਹਮਣੇ ਆਪਣੇ ਪ੍ਰਮਾਣ ਹੈਗੇ। ਹਰਨਾਕਸ਼ ਨੇ ਕਿਹੜਾ ਸਮਝਿਆ, ਰਾਵਣ ਕਹਿੰਦਾ ਰੱਬ ਰੁੱਬ ਕੋਈ ਨਹੀਂ, ਮੈਂ ਹੀ ਹਾਂ। ਇਹੋ ਜਿਹੇ ਲੋਕ ਜਿਹੜੇ ਨੇ ਜਿਨ੍ਹਾਂ ਦੀ ਉਮਰਾਂ ਲੰਬੀਆਂ ਹੋ ਜਾਂਦੀਆਂ, ਜਿਵੇਂ ਨਾਗੇ ਦੀ ਸਰਾਂ ਮੁਕਤਸਰ ਸਾਹਿਬ ਦੇ ਕੋਲੇ ਇੱਕ ਜੋਗੀ ਦੀ ਉਮਰ ਸੀ ਬਹੁਤ 5700 ਸਾਲ ਨੇੜੇ ਸੀ। ਉਹ 10ਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਜੀ ਉੱਧਰ ਇੱਕ ਜੋਗੀ ਰਹਿੰਦਾ। ਜੋਗੀ ਨੂੰ ਕਹਿੰਦੇ ਚੇਲੇ ਜੋ ਗੁਰੂਦੇਵ ਜੀ ਆਏ ਨੇ 10ਵੇਂ ਪਾਤਸ਼ਾਹ, ਕਹਿੰਦੇ ਨਿਆਣਾ ਹੈ, ਇਹਨੂੰ ਕੀ ਪਤਾ। 10ਵੇਂ ਪਾਤਸ਼ਾਹ ਨੂੰ ਨਿਆਣਾ ਹੀ ਦੱਸੇ। ਉਹ ਆ ਕੇ ਕਹਿੰਦੇ ਜੀ ਸਿੱਖ ਕਹਿੰਦੇ ਮਹਾਰਾਜ ਉਹ ਤੁਹਾਨੂੰ ਨਿਆਣਾ ਹੀ ਦੱਸਦਾ। ਮਹਾਰਾਜ ਕਹਿੰਦੇ ਉਹ 5700 ਸਾਲ ਉਮਰ ਆ, ਬਸ ਉਹਦਾ ਹੀ ਮਾਣ ਚੱਕੀ ਫਿਰਦਾ। ਚੇਲਿਆਂ ਨੇ ਜਾ ਕੇ ਉੱਧਰ ਦੱਸਤਾ ਗੁਰੂ ਸਾਹਿਬ ਨੇ ਤੁਹਾਡੀ ਉਮਰ ਦੱਸੀ। ਫਿਰ ਕਰੰਟ ਵੱਜਿਆ, ਫਿਰ ਲੈ ਕੇ ਖੁੰਡੀ ਜੀ ਆਪਦੇ ਚੇਲਿਆਂ ਨੂੰ ਨਾਲ ਲੈ ਕੇ ਆਇਆ, ਮੱਥਾ ਟੇਕਿਆ। ਮਹਾਰਾਜ ਇੰਨੀ ਛੋਟੀ ਉਮਰ ਇੰਨਾ ਗਿਆਨ। ਮਹਾਰਾਜ ਕਹਿੰਦੇ ਪੁਰਾਣਾ ਖੱਲੜਾ ਤੂੰ ਛੱਡਿਆ ਨਹੀਂ, ਮੈਂ ਛੱਡ ਕੇ ਫੇਰ ਆ ਗਿਆ। ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੱਲੜਾ ਲੰਬਾ ਕਰ ਲੈਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ ਹੈ। ਇਹ ਹੁਣ ਜਿਹੜਾ ਬੰਦਾ ਲੰਬੀਆਂ ਉਮਰਾਂ ਵਾਲੇ ਆ ਜਾਂ ਬਹੁਤ ਜ਼ਿਆਦੇ ਹੋ ਗਏ, ਉਹ ਆਸਤਕ ਭਾਵਨਾ ਨਹੀਂ ਧਾਰਦਾ, ਭਜਨ ਸਿਮਰਨ ਕਰਨ ਵਾਲੇ ਨੂੰ ਟੀਚਰਾਂ ਕਰਦਾ, ਤਾਂ ਕੋਈ ਦਿਨ ਐਸਾ ਵੀ ਆਉਂਦਾ ਜਦੋਂ ਕੋਈ
संबंधी भी यदि गल नहीं पुछेगा तो बात ना पुछे कि जिवें हंकारी मसंदा नूं किसी ने बात च पुछिया ही नहीं। इसे तरह महाराज कहते जे परमात्मा की नज़र च ना आया किसी ने गल ही नहीं पुछनी है। जिन्नी मर्जी लंबी उम्र होवे कोई बात नहीं पुछदा फिर किसी की। सबका उन्होंने परमात्मा की सजा दे देंगे उल्टी। कीटा अंदर कीट कर दोषी दोष धरे, सगों ਉਹਦੇ ਕੀਤੇ ਹੋਏ ਦੋਸ਼ ਉਹਦੇ ਜਿੰਮੇ लगा के ਉਹਨੂੰ ਦੋਸ਼ੀ ਠਹਿਰਾਇਆ ਜਾਵੇਗਾ। ਉਹ ਕੀੜਿਆਂ ਵਿੱਚ ਕੀੜਾ ਕੀਤਾ ਜਾਏ, ਭਾਵ ਨੀਚ ਕੀੜਾ। ਇੱਕ ਤਾਂ ਚਲੋ ਧਰਤੀ ਸਾਫ਼ ਤੇ ਕੀੜੇ ਕਿ ਗੰਦਗੀ ਦੇ ਕੀੜੇ ਬਣਾਏ ਜਾਂਦੇ। ਮਹਾਰਾਜ ਕਹਿੰਦੇ ਉਹਨੂੰ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਦੋਸ਼ੀ ਪੁਰਸ਼ ਵੀ ਉਹਦੇ ਚ ਦੋਸ਼ ਧਰਨਗੇ, ਕਹਿਣਗੇ ਇੰਨੇ ਗੰਦੇ ਤਾਂ ਅਸੀਂ ਵੀ ਨਹੀਂ ਜਿੰਨਾ ਇਹ ਗੰਦਾ। ਜਿਵੇਂ ਰਾਮਚੰਦਰ ਜੀ ਹੱਸ ਪਏ ਬੈਠੇ ਸਭਾ 'ਚ, ਕੀੜਾ ਇੱਕ ਚੜ੍ਹਦਾ ਸੀ ਥੰਮਲੇ ਤੇ ਬਾਰ-ਬਾਰ ਡਿੱਗ ਪੈਂਦਾ ਟੁੱਟੀਆਂ ਲੱਤਾਂ ਵਾਲਾ। ਹੁਣ ਵਸਿਸ਼ਠ ਮੁਨੀ ਜੀ ਕਹਿਣ ਲੱਗੇ ਮਹਾਰਾਜ ਇਹ ਕੀੜੇ ਤੇ ਹੱਸੀ ਜਾਂਦੇ ਹੋ, ਅੱਜ ਕੀ ਗੱਲ ਹੋ ਗਈ? ਕਹਿੰਦੇ ਇਹ ਦੱਸਾਂ 14 ਵਾਰੀ ਸਵਰਗਾਂ ਦਾ ਰਾਜਾ ਇੰਦਰ ਬਣਿਆ ਇਹ। ਆਹ ਦਿਲ ਟੁੱਟੀਆਂ ਲੱਤਾਂ ਇੱਥੇ ਹੁਣ ਤੁਰਿਆ ਫਿਰਦਾ। ਇਹ ਹੰਕਾਰ ਹੋ ਜਾਂਦਾ ਹੈ। ਜੀਵ ਚਾਹੇ ਕਹਿੰਦੇ ਕਿੰਨਾ ਹੀ ਵੱਡਾ ਹੋ ਜੇ ਕਿੰਨਾ ਹੀ, ਪਰ ਜਦੋਂ ਹੰਕਾਰ ਹੋ ਜਾਂਦਾ ਨਾ ਨਾਮ ਜਪੇ ਤੋਂ ਬਿਨਾ, ਕਿਉਂਕਿ ਇੱਕ ਨਾਮ ਹੀ ਆ ਜਿਹੜਾ ਹਉਮੈ ਦੀ ਨਿਵਰਤੀ ਕਰਦਾ। ਬਾਕੀ ਦੇ ਸਾਧਨ ਤਾਂ ਹਉਮੈ ਦਿੰਦੇ ਹੀ ਨੇ। ਸੋ ਆਪਾਂ ਕਹਾਂਗੇ ਫਲਾਣੇ ਰਿਸ਼ੀ ਨੇ ਲੱਖ ਵਾਰਾ ਤਪੱਸਿਆ ਕੀਤੀ, ਪਰ ਨਾਮ ਤੋਂ ਬਿਨਾ ਤਪੱਸਿਆ ਸਾਰੀ ਖਤਮ ਹੋ ਗਈ ਜਦੋਂ ਹਉਮੈ ਹੋ ਗਈ। ਫਿਰ ਨਾਮ ਤੋਂ ਬਿਨਾ ਟੇਢੀਆਂ ਜੂਨਾਂ ਚ ਆਉਂਦਾ, ਕੀੜੇ ਆਦਿਕ ਜੂਨਾਂ ਚ ਪੈ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਟੇਢੀਆਂ ਜੂਨਾਂ ਦੇ ਅੰਦਰ ਉਹ ਜਿਹੜਾ ਕੀਟ ਕਰ ਸੱਪ ਕੀਤਾ ਜਾਂਦਾ ਹੈ। ਦੋਸ਼ੀ ਤਾਂ ਉਹ ਸੱਪ ਅੱਗੇ ਹੀ ਹੈ, ਪਰ ਜਦ ਕਿਸੇ ਨੂੰ ਡੰਗ ਮਾਰਿਆ ਤਾਂ ਹੋਰ ਦੋਸ਼ ਧਾਰਨ ਕਰਦਾ। ਉਹ ਭੈੜੀ ਜੂਨੀ ਮਿਲ ਗਈ ਉਹਨੂੰ। ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਮੰਦੀ ਸੱਪ ਜੂਨ ਸੱਪਾਂ ਵਿੱਚ ਕੁਜਾਤ ਕੁਭਾਈ, ਬਹੁਤੀ ਜ਼ਿਆਦਾ ਮੰਦੀ ਜੂਨ ਹੈ। ਫਿਰ ਕੀਤਾ ਕਹਿੰਦੇ ਹੁਣ ਕੁੱਤੇ ਆਦਿਕ ਹੁੰਦੇ ਨੇ, ਇੱਥੇ ਤਾਂ ਚਲੋ ਮਾੜਾ ਮੋਟਾ ਖਿਆਲ ਕਰਦੇ ਆ ਆਮ ਤੌਰ ਤੇ, ਜਿਨ੍ਹਾਂ ਦਾ ਖਿਆਲ ਨਹੀਂ ਕੀਤਾ ਜਾਂਦਾ। ਦੇਖਦੇ ਆ ਆਪਾਂ ਇੰਡੀਆ ਦੇ ਵਿੱਚ ਇੱਕ ਤਾਂ ਉਹ ਕੀੜੇ ਜਿਹੜੇ ਕੁੱਕਰ ਦੇ ਪੈਰ ਵਿੱਚ ਪੈ ਗਏ, ਕੋਈ ਹੋਰ ਥਾਂ ਪੈ ਗਏ, ਜਿੱਥੇ ਜੀਭ ਨਾਲ ਚੱਟ ਲਏ ਉੱਥੋਂ ਹੀ ਕੀੜੇ ਜਿਹੜੇ ਆ ਖਤਮ ਹੋ ਜਾਂਦੇ, ਜ਼ਖਮ ਰਾਜੀ ਹੋ ਜਾਂਦਾ। ਪਰ ਇੱਕ ਕੁੱਕਰ ਦੇ ਮੱਥੇ 'ਚ ਕੀੜੇ ਪੈ ਜਾਂਦੇ ਨੇ, ਉਹਨਾਂ ਨੂੰ ਨਹੀਂ ਕੋਈ ਕਰ ਸਕਦਾ ਸਾਫ਼। ਇਸ ਕਰਕੇ ਕਹਿੰਦੇ ਨੇ ਇਹ ਜਿਹੜੇ ਦੋਸ਼ੀ ਬੰਦੇ ਨੇ ਕੂਕਰ ਦੇ ਮਸਤਕ ਦੇ ਕੀੜੇ ਬਣਾਏ ਜਾਂਦੇ ਨੇ। ਉਹ ਦੋਸ਼ੀ ਕੋੜੀਆਂ ਪਾਸ ਵੀ ਆ ਕੇ ਖੜਾ ਹੋ ਜਾਵੇ ਤਾਂ ਦੋਸ਼ ਧਾਰਦੇ ਨੇ ਕੋੜੀ ਵੀ ਕਿ ਇੰਨੀ ਬਦਬੂ ਸਾਡੇ ਚੋਂ ਨਹੀਂ ਆਉਂਦੀ ਜਿੰਨੀ ਇਹਦੇ ਚ ਆਉਂਦੀ ਹੈ। ਕੋੜੀ ਵੀ ਨਫ਼ਰਤ ਕਰਨ ਜਿਸ ਕੁੱਤੇ ਨੂੰ, ਜਿਸ ਕੀੜਿਆਂ ਨੂੰ, ਉਹਨਾਂ ਦੀ ਕੀ ਹਾਲਤ ਹੋਵੇਗੀ? ਕਿਉਂਕਿ ਜਿਹੜਾ ਬੰਦਾ ਰੱਬ ਦੀ ਬਰਾਬਰੀ ਕਰਦਾ, ਨਾਮ ਨਹੀਂ ਜਪਦਾ, ਤੇ ਕੁਝ ਸਾਧਨ ਕਰਕੇ ਰਿੱਧੀਆਂ ਸਿੱਧੀਆਂ ਆਦਤ ਕਰਕੇ ਲੰਬੀਆਂ ਉਮਰਾਂ ਕਰ ਕਰਕੇ ਲੋਕਾਂ 'ਚ ਆਪਣੀ ਵਡਿਆਈ ਕਰਾ ਕੇ ਆਪਣੇ ਆਪ ਨੂੰ ਰੱਬ ਕਹਿੰਦਾ, ਫਿਰ ਉਹਨੂੰ ਸਜ਼ਾ ਵੀ ਬਹੁਤ ਭਾਰੀ ਦਿੰਦੇ ਨੇ ਪਰਮਾਤਮਾ। ਮਹਾਰਾਜ ਫਿਰ ਦੁਨੀਆ 'ਚੋਂ ਤਰ ਵੀ ਸਕੀਦਾ ਕਿਸੇ ਤਰੀਕੇ ਨਾਲ, ਕਿਉਂਕਿ ਸਿੱਧਾਂ ਨੂੰ ਮਹਾਰਾਜ ਨਿਰੁੱਤਰ ਕਰੀ ਜਾਂਦੇ ਨੇ। ਹੁਣ ਮਹਾਰਾਜ ਕੀ ਕਹਿੰਦੇ ਨੇ? ਪੌੜੀ ਬਿਲਾਵਲ ਰਾਗ ਦੀ ਤੀਜੇ ਪਾਤਸ਼ਾਹ ਨੇ ਉਚਾਰਨ ਕੀਤੀ, ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ। ਘੁੰਮ ਘੁਮਾ ਕੇ ਜੇ ਗੁਰੂ ਦੀ ਸ਼ਰਨ ਵਿੱਚ ਆ ਵੀ ਜਾਵੇ ਨਾ, ਫਿਰ ਕੀ ਕਰਦੇ ਨੇ? ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤਸੰਗਤ ਨਾਲ ਰਲਾਵੇ। ਸਤਿਗੁਰੂ ਨੇ ਜਿਹਨੂੰ ਬਖਸ਼ਣਾ ਹੁੰਦਾ ਉਹਨੂੰ ਸਤਸੰਗਤ 'ਚ ਬਿਠਾ ਦਿੰਦੇ ਨੇ। ਹਾਂ, ਬਖਸ਼ਿਸ਼ ਦਾ ਦਰ ਸਤਸੰਗਤ ਹੀ ਕਿਹਾ ਮਹਾਰਾਜ ਨੇ। ਕਹਿੰਦੇ ਉਹ ਮਹਾਰਾਜ ਕਿਵੇਂ ਫਿਰ ਬਖਸ਼ੇ ਜਾਂਦੇ ਨੇ? ਕਹਿੰਦੇ ਸਤਿਗੁਰੂ ਕਹਿੰਦੇ ਪ੍ਰਮਾਣ ਦਿੰਦੇ ਆ, ਜਿਉਂ ਮੀਂਹ ਬੁੱਠਾ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਜਿਵੇਂ ਕਹਿੰਦੇ ਬਰਸਾਤ ਹੁੰਦੀ ਹੈ ਤੇ ਪਾਣੀ ਸਾਰਾ ਗਲੀਆਂ ਨਾਲਿਆਂ ਇੱਧਰ ਨੂੰ ਘੁੰਮ ਘੁਮਾ ਕੇ, ਜਦੋਂ ਉੱਥੇ ਤਾਂ ਗੰਦਾ ਹੀ, ਉਹ 'ਚ ਨਹੀਂ ਕੋਈ ਨਹਾਉਂਦਾ, ਪਰ ਜਦੋਂ ਗੰਗਾ 'ਚ ਮਿਲ ਜਾਂਦਾ, ਕਹਿੰਦੇ ਗੰਗਾ 'ਚ ਮਿਲ ਕੇ ਪਵਿੱਤਰ ਹੋ ਜਾਂਦਾ। ਭਾਈ ਜੇ ਆਪਣੇ ਆਪ ਨੂੰ ਗੁਣਹੀਨ ਦੱਸ ਕੇ ਅਕਾਲ ਪੁਰਖ ਕੋਲ ਬੇਨਤੀਆਂ ਕਰੇ, ਨਿਮਰਤਾ ਮਹਾਰਾਜ ਮੇਰੇ 'ਚ ਕੋਈ ਗੁਣ ਨਹੀਂ, ਸੱਚੇ ਪਾਤਸ਼ਾਹ ਗੁਣ ਭਾਵੇਂ ਹੋਵੇ ਵੀ। ਤਾਈਓ ਸਤਿਗੁਰੂ ਨੇ ਕਿਹਾ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਾਏ ਹੋਈ। ਨਿਰਗੁਣਿਆਰੇ ਕੀ ਬੇਨਤੀ, ਮੈਂ ਤਾਂ ਮਹਾਰਾਜ ਜੀ ਬਿਲਕੁਲ, ਚਾਹੇ ਕਿੰਨੇ ਹੀ ਕਰੋੜ ਗੁਣ ਇਕੱਠੇ ਹੋ ਜਾਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਦੇ ਸਾਹਮਣੇ ਨਾ ਕਹੇ ਮੇਰੇ 'ਚ ਗੁਣ ਨੇ, ਫਿਰ ਤਾਂ ਫੇਲ ਹੋ ਜਾਵਾਂਗੇ। ਉਹ ਪੁੱਛਦੇ ਆ ਤੈਨੂੰ ਦਿੱਤੇ ਕਿਹਨੇ ਹੈ? ਕਿਤੋਂ ਹੋਰ ਲਿਆ ਕਿ ਮੇਰੇ ਕੋਲ ਲਏ ਨੇ? ਲਏ ਤਾਂ ਤੁਹਾਤੋਂ, ਫਿਰ ਮੈਨੂੰ ਕੀ ਦੱਸਦਾ? ਕਦੇ ਵੀ ਨਹੀਂ ਜਨਾਉਣਾ ਆਪਣਾ ਆਪ,
ਜਿਹੜਾ ਬੰਦਾ ਆਪਣਾ ਆਪ ਜਣਾਉਂਦਾ, ਜਿਵੇਂ ਬਹੁਤ ਸਮਾਂ ਪਹਿਲਾਂ ਇਹ ਕੀਰਤਨ ਸਿੱਖਣ ਲੱਗੇ ਜਦੋਂ, तो उस वक्त उस्ताद ने एक गल कही, कहते कदे किसी उस्ताद को जाके ना कहो मैनू आउंदा, जे तुसीं ये कहता ना मैनू आउंदा, वो कहना फिर मेरे कोल की लैण आया, जा चला जा मेरे कोल। इस करके जिथों गुण लैना उत्थे दसो ही ना कि मैनू कुछ आउंदा भी है, उत्थे बिल्कुल अणजाण जे बन के गुण लो। इस तरह परमात्मा अगे कहो महाराज जी मेरे तो कोई गुण ही नहीं जी, महाराज ना मैं जोग ध्यान चित लाया, बिन बैराग ना छूट समाया, कैसे जीवन होए हमारा, जब ना होए राम नाम आधारा, जब तक समझन धर्म न कमाया, सेवा साध ना जानिया हर राया, कहो नानक हम नीच कर्मा, शरण परे की राखो शर्मा। महाराज मूहरे खड़ के बेनतियां इउं करी जाओ, असीं खते बहुत कमावदे अंत न पारावार, हर कृपा कर कै बख्श लैहो, हाँ पापी बड़ गुनहगार, लेखा कतह न छूटिया खिन खिन भूलनहार, बख्शनहार बख्श लै नानक पार उतार, जेता समुंद सागर नीर भरिया, तेते अवगुण हमारे, दया करो किश मेहर पावो, डुबदे पत्थर तारे। बिल्कुल ही जाके निमरता चा, मेरे तक कोई गुण ही नहीं जी। परमात्मा खुश हो जाते, परमात्मा किसी गल ते नहीं खुश होंदे, सिर्फ एक चीज ते बहुत खुश होंदे, जे कोई बंदे च निमरता आ जाए, बिल्कुल हौमे तो रहत हो जाए बंदा। महाराज तुसीं सच्चे पातशाह वड्डे हो जी, जे हौमे का त्याग कर दे इंसान, बेनती करे नानक निर्गुण गुण करे, गुणवंतिया गुण दे, नानक पाते थोड़ा जिहा रुकना, क्योंकि नानक नूं निर्गुण लाउणा नहीं। नानक ताइयों जिथे भी लमका के बोलदे आ, तो मतलब विश्राम है इत्थे। महाराज हुण फरमाउंदे जिहड़ा गुणा तो रहत जो निर्गुण पुरुष ने, उन्हां नूं गुण देण वाला वाहिगुरू ही है, अते जिन्हां ने अपने आप नूं गुणा वाला हंकारी मन्निया, उन्हां नूं गुण दा अर्थ इत्थे फाही है, ਉਹ गुण दिंदा। पर एक तरीके नाल जिहड़ा अपने आप नूं समझे मैं बड़ा गुणवान है, ਇਹਦੇ 'ਚ बड़ा अफियाई होनी पैंदी कई बारी, ਜਿਹੜਾ फिर मैं करन लग जाए। जिवें बहुत वड्डा ਗਿਆਨਵਾਨ कथावाचक होए है, सो इस तरह उन्हां नूं एक वारी परमात्मा ने कहा सी, कहंदे जिन्ना मर्जी जोर ला लई, ਜਿਹੜਾ तूं ਗਿਆਨ ਦੀਆਂ ਗੱਲਾਂ ਸੁਣਾਉਣਾ ਨਾ, ਲੋਕਾਂ ਨੂੰ ਐਨ ਬਿਨਾਂ ਨਾਮ ਜਪੇ ਤੇ ਸਿੱਧ ਕਰਕੇ ਮੈਨੂੰ ਸਾਹਮਣੇ ਖੜਾ ਕਰ ਦਿੰਦਾ ਹੈ। ਆਪ ਤੂੰ ਨਾਮ ਨਹੀਂ ਜਪਦਾ, ਅੰਤਮ ਸਮਾਂ ਬਹੁਤ ਭੈੜਾ ਆਵੇਗਾ ਤੇਰਾ। ਯਤਨ ਕਰ ਲੈ ਜੇ ਹੁੰਦਾ ਤੇ ਤੂੰ। 6 ਡਾਕਟਰ ਦੇ ਕੋਲ ਖੜੇ ਰਹਿੰਦੇ ਸੀ, ਪਰ ਅੰਤਮ ਸਮਾਂ ਬਹੁਤ ਮਾੜਾ ਆਇਆ। ਕਿਉਂ? ਜਿਹੜਾ ਹੰਕਾਰ ਕਰ ਜਾਣਾ ਨਾ ਗੁਣਾਂ ਦਾ, ਇਹਦੀ ਵੀ ਸਜ਼ਾ ਮਿਲਦੀ ਹੈ। ਕਿਉਂਕਿ ਮੈਂ ਲਿਆ ਕਿੱਥੋਂ ਹੈ? ਜਿਹੜੇ ਬੱਚੇ ਨੂੰ ਪਿਤਾ ਨੇ ਸਾਰੀ ਜਾਇਦਾਦ ਉਹਦੇ ਨਾਂ ਲਵਾਤੀ, ਤੇ ਉਹ ਫਿਰ ਪਿਤਾ ਨਾਲ ਹੀ ਆਕੜਨ ਲੱਗ ਜੇ ਵੀ ਮੈਂ ਤਾਂ ਇੰਨਾ ਅਮੀਰ ਹਾਂ, ਮੈਂ ਤੂੰ ਕੀ ਚੀਜ਼ ਆ। ਬੱਚਿਆਂ ਨੂੰ ਮਾਂ-ਬਾਪ ਨੇ ਪੜ੍ਹਾਇਆ, ਬੱਚੇ ਮਾਂ-ਬਾਪ ਨੂੰ ਕਹਿੰਦੇ ਤੁਸੀਂ ਤਾਂ ਅਨਪੜ੍ਹ ਹੋ, ਤੁਹਾਨੂੰ ਕੀ ਪਤਾ। ਲੋਕ ਰੱਬ ਨਾਲ ਵੀ ਐਂ ਕਰਦੇ ਆ, ਪਹਿਲਾਂ ਤਾਂ ਗਰੀਬੀ ਮਾਰੇ ਨੱਕ ਰਗੜਦੇ ਰਹਿੰਦੇ ਆ, ਜਦੋਂ ਪਰਮਾਤਮਾ ਸਭ ਕੁਝ ਦੇ ਦਿੰਦੇ ਨੇ ਫਿਰ ਕਹਿੰਦੇ ਰੱਬ ਰੁੱਬ ਕੋਈ ਚੀਜ਼ ਨਹੀਂ, ਮੈਂ ਹੀ ਆ। ਫਿਰ ਉਹਨੂੰ ਬੜੀ ਭਾਰੀ ਸਜ਼ਾ ਮਿਲਦੀ ਹੈ। ਮਹਾਰਾਜ ਕਹਿੰਦੇ ਜਿਵੇਂ ਬੱਦਲ ਵਰਖਾ ਕਰਦਾ ਤਾਂ ਸਾਰੇ ਹੀ ਵਰਸਦਾ, ਜਿੱਥੇ ਜਲ ਹੈ ਉੱਥੇ ਵੀ ਵਰਸਦਾ। ਹੁਣ ਇਹ ਤਾਂ ਹੈ ਨਹੀਂ ਵੀ ਰੱਬ ਨੇ ਸਮੁੰਦਰ ਤੇ ਮੀਂਹ ਨਹੀਂ ਪਾਉਣਾ, ਜਾਂ ਜਿੱਥੇ ਪਾਣੀ ਖੜਾ ਉੱਥੇ ਨਹੀਂ ਪੈਣਾ। ਜਦੋਂ ਬਰਸਾਤ ਹੁੰਦੀ ਆ ਨਾ, ਸਾਰੇ ਥਾਂ ਹੀ ਮੀਂਹ ਪੈਂਦਾ, ਜਿੱਥੇ ਜਲ ਨਹੀਂ ਉੱਥੇ ਵੀ ਪੈਂਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਉਹ ਪ੍ਰਮਾਤਮਾ ਸ਼ਰਧਾ ਆਦਿਕ ਗੁਣਾਂ ਤੋਂ ਰਹਿਤ ਜੋ ਪੁਰਸ਼ ਨੇ, ਉਹਨਾਂ ਨੂੰ ਸਤ ਸੰਤੋਖ ਆਦਿਕ ਗੁਣ ਦਿੰਦਾ, ਅਤੇ ਸਤ ਸੰਤੋਖ ਆਦਿਕ ਗੁਣਾਂ ਦੇ ਸਹਿਜ ਜੋ ਪੁਰਸ਼ ਉਹਨਾਂ ਨੂੰ ਹੋਰ ਗਿਆਨ ਗੁਣ ਦਿੰਦਾ। ਸੋ ਇਸ ਕਰਕੇ ਕਿਉਂਕਿ ਨਿਆਇਕਾਂ ਨੇ ਗਿਆਨ ਨੂੰ ਹੀ ਗੁਣ ਮੰਨਿਆ, ਨਾਨਕ ਨਿਰਗੁਣ ਹੈ ਗੁਣ ਕਰੇ, ਉਹਨਾਂ ਨੂੰ ਤਾਂ ਕਰਨਾ ਹੀ ਕਰਨਾ, ਪਰ ਗੁਣਵੰਤਿਆਂ ਗੁਣ ਦੇ, ਗੁਣਵੰਤਿਆਂ ਨੂੰ ਵਾਹਿਗੁਰੂ ਹੋਰ ਗੁਣ ਦਿੰਦਾ। ਹੁਣ ਸੰਗਤ ਵਿੱਚ ਜਿਹਦੇ 'ਚ ਇੱਕ ਗੁਣ ਨਹੀਂ ਉਹ ਵੀ ਬੈਠਾ, ਉਹਨੂੰ ਵੀ ਗੁਣ ਦਿੱਤਾ ਅੱਜ। ਜਿਹਦੇ 10 ਗੁਣ ਨੇ ਉਹਦੇ ਅੱਜ 15 ਕਰਤੇ, ਜਿਹਦੇ 15 ਸੀ ਉਹਦੇ 50 ਕਰਤੇ, 50 ਵਾਲੇ ਦੇ 100 ਗੁਣ ਕਰਤੇ। ਕਿਉਂਕਿ ਸੰਗਤ ਵਿੱਚ ਉਪਦੇਸ਼ ਦੀ ਵਰਖਾ ਸਾਂਝੀ ਪੈਣੀ ਸਾਰਿਆਂ ਉੱਤੇ। ਇੱਥੇ ਤਾਂ ਦਿਨੋਂ ਦਿਨ ਗਿਆਨ ਸਤਿਗੁਰੂ ਜੀ ਵਧਾਈ ਜਾਂਦੇ ਗੁਰਸਿੱਖ ਦਾ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਹਾ, ਤਿਸ ਪਰਮਾਤਮਾ ਜਿਹਾ ਮੈਨੂੰ ਹੋਰ ਤਾਂ ਕੋਈ ਨਜ਼ਰ ਨਹੀਂ ਆਉਂਦਾ, ਸੁਝਦਾ ਹੀ ਨਹੀਂ, ਤੇ ਉਹਦੇ ਤੋਂ ਬਿਨਾਂ ਕੋਈ
किसी नूं गुण दे सकदा, क्योंकि निरंकार ने कृपा करके वाहिगुरु जी ने यह मनुखा जन्म दिता ना। सो ये एक एक अमोलक अंग इहे जे ने जो दुनिया के उच्चे तो उच्चे डॉक्टर ते साइंसदान इन्हां दी बरोबरी नहीं कर सकते। केवल ते केवल जे परमात्मा अखां विचों ही जोत खिच लवे तो डॉक्टर वैद हकीम कहते भाई हुण तां जोत जद रब ने खिच ली मैं हुण की कर सकदा। बड़े बजुर्गों ने इहियां गल्लां दसियां भी ऐनक लवाउण गया सी, सारे नंबर मुक गए, डॉक्टर कहते ये जोत हुण पिछों ही मुक गई, हुण नहीं आउणी, जब पिछों ही मुक जाती है। सो इस करके महाराज सच्चे पातशाह नूं कहंदे ये जीव जी आरजा श्रेष्ठ किवें होवे। महाराज सच्चे पातशाह कहंदे जे जुग चारे आरजा, जे ये जीव विराग विवेक खट समति मोख इच्छा रूप चार साधना जुड़े ना तां ये जीव श्रेष्ठ हो सकता है। इस तरह करके भी इहदी विचार हो जाती है, क्योंकि ये हुण अंतरी भाव सुनाउण नूं हले मन नहीं करता, क्योंकि इन्ना ही बहुत है। इन्ना क सौखा अर्थ करिए जिहदे नाल फिर आपां नूं बाद विच दूसरे तीसरे भाव अर्थ दा अगे अगे ज्ञान हुंदा। चीज इक्को ही हुंदी आ पर उहदा अगे अगे ढंग तरीका निराला हुंदा। इक्को ही चीज है। कापी पैन पहली क्लास तो फड़ के सारी जिंदगी बंदा MA क्लास PhD वाला भी कापी पैन ही रखता। कापी पैन सारी जिंदगी वही रहना, पर ज्ञान वखरा वखरा। इस तरह जपजी साहब दीयां पौड़ियां जिहड़ियां ने इन्हां जिक तां आपां हुण सुणिया सधारण ज्ञान जिहड़ा आपां पाठ करदियां करदियां अखां मूहरे लियाउणा अर्थ नूं, ते अर्थ जिहड़ा उहनूं ध्यान नाल सुण के फिर समझना इहदा भाव अर्थ है। ये पहली क्लास की कथा है जिहड़ी चल रही हुण। सिर्फ पहली वाले दूजी वाले पंजवीं वाले 10वीं वाले उदों अगे फिर जिहड़े साधन चलते ने वो फिर उन्होंने ही समझाए जाते हैं जिहड़े डूंघाई का ज्ञान लेना जानते हैं। इस तरीके नाल सतगुरु महाराज सच्चे पातशाह ने ये जिहड़ी विचार दसी ने, इहदे विच कुछ आपां थोड़ी थोड़ी कर भी सकते, जिवें उन्नी चीज सीख ली तो हुण आपां ये जाणीए कि युग नाम दो दा है। जे युग चारे आरजा अंतरी भाव्यों बनते हुंदे ने। जे ये जीव जिहड़ा ना विराग विवेक दो चीज़ां विराग हो जाना, विवेक ज्ञान हो जाना, खट संपत्ति ये समदम सरदा तीसरी समाधान उपराम छठी ततीचा जानिए भिन भिन जै नाम। सम हुंदा मन दा रोकना, दम हुंदा इंद्रियां नूं रोकना माड़े पासों, शरदा हुंदी गुरु अते सो अपने ग्रंथां ते भाव धार्मिक पुस्तकां ते जां अपने गुरु ते, गुरु दा अखर पहला आ ही गया, उन्हां ते विश्वास करना। समाधान हुंदा मन की चंचलता का नाश करना। उपराम हुंदा विषयां नूं व्यव रूप जाण के त्यागना। ततिक्षा हुंदी है दुख सुख भुख ते दे सहारन वाला सुभाव होना। इहनूं कहंदे खट संपत्ति। कदे भी आपां हुण जदों खट संपत्ति कहांगे ना, हुण तुहानूं ये नहीं समझण विच औखियाई आउणी कि खट संपत्ति की हुंदी। खट संपत्ति विच खट दा अर्थ 6 है। 6 तरह की साडी संपत्ति एक चीज है। सम मन का रोकना, दम इंद्रियां का रोकना, शरधा करनी, मन की चंचलता रोकनी, विकारां नूं जहर रूप जाण के त्यागना, दुख सुख भुख प्यास विच सहारन वाला सुभाव बना लेना। ये भगती तां हुंदी ना 6 गुणा करके। फिर मुक्ति की इच्छा होनी। ये हुण असल में 4 साधन ने, विराग विवेक खट संपत्ति मोख इच्छा। इस करके कहंदे ने युग नाम 4 दा, 4 ते 4 8 साधन हो गए। 8 साधन अगले किहड़े ने? विराग विवेक खट संपत्ति मोख इच्छा, सुनना मनना कमाउणा ते फिर ਉਹਦਾ रूप हो जाना। तत्वंग दा शोधन ये ज्यादा औखियां चीजां ने थोड़ियां, वो मैं सीधी ही बोल दिना। अर्थ रूप विच सौखा जिहा काम, सुनना मनना कमाउणा ते ਉਹਦਾ रूप हो जाना। सो इस तरीके नाल सतगुरु महाराज सच्चे पातशाह कहंदे ने ਇਹ खंड संपत्ति है। होर दसूणी होए तो भाव 10 ऊणी 10 इंद्रियां नूं विषय विकारां वल्लों ऊणिया करके जीव जिहड़ा ना आरजा श्रेष्ठ हुंदा। जीव दी जिहड़ी उमर है इस तरीके नाल इन्हां दी विचार करीदी है। हुंदे तो बहुत ज्यादा आनंदमई अर्थ ने, बहुत ज्यादा, पर जदों ये थोड़ा जिहा बंदा विद्वान होवे जां थोड़ा जिहा चीज़ नूं पहलां किते सुनिया होवे
अज आपां सुननी शुरू की जे अंतरी भावां नूं, जदों को जाके दोबारा अंतरी भाव च फिर प्रवेश करांगे जपजी साहब दे, तां फिर आपां नूं इह स्वादला लगेगा। बहुत ही बड़े सोहणे अर्थ ये चीज़ नाल ही आनंद माणदा इंसान। नवां खंडां विच जाणीए, जिवें महाराज ने लिखिआ ना बचन, 9 खंड किवें बनाउणे, 9 अखर पैदा करने ने। 5 कौन? काम, क्रोध, लोभ, मोह, हंकार 5 हो गए। 4 की हो गए? राग, द्वेष, हरख ते सोग 4 ये हो गए। ਇਹ 9 ਚੀਜ਼ਾਂ ਨੂੰ ਖੰਡਾਂ ਦਾ ਅਰਥ ਹੁੰਦਾ ਜਿਵੇਂ ਖੰਡਾ ਕੱਟਦਾ। ਇਹਨਾਂ ਨਵਾਂ ਦੇ ਖੰਡਣ ਵਿੱਚ ਤਤਪਰਜ ਹੋ ਜਾਵੇ, ਬੰਦਾ ਤਤਪਰ ਹੋ ਜੇ ਵੀ ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼ ਤੇ ਹਰਖ, ਸੋਗ ਇਹਨਾਂ 9 ਨੂੰ ਕੱਟਣਾ, ਨਵਾਂ ਖੰਡਾ ਵਿੱਚ ਜਾਣੀ। ਇਉਂ ਅੰਤਰੀ ਭਾਵ ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਹੀ ਕਰਦੇ ਹੁੰਦੇ ਨੇ। ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਇਹ ਅੰਤਰੀ ਅਰਥ ਦਿਖਾਏ ਸੀ ਸਾਰੀ ਸੰਗਤ ਨੂੰ। ਪਹਿਲਾਂ ਸਾਦੇ ਹੀ ਅਰਥ ਹੁੰਦੇ ਸੀ, ਜਦੋਂ ਬਹੁਤ ਜ਼ਿਆਦਾ ਡੂੰਘਾਈ 'ਚ ਮਨ ਚਲਿਆ ਜਾਂਦਾ ਉਦੋਂ ਅੰਤਰੀ ਭਾਵ ਕਰ ਕਰਕੇ ਦਿਖਾਉਂਦੇ ਨੇ, ਤੇ ਇਹਦੇ ਨਾਲ ਬੜਾ ਮਨ ਨੂੰ ਆਨੰਦ ਬਣਦਾ। ਜਿਵੇਂ ਇੱਕ ਤੇ ਸਧਾਰਨ ਕੀਰਤਨ ਰਾਗੀ ਕਰਦੇ ਨੇ, ਇੱਕ ਰਾਗਾਂ ਵਿੱਚ ਕੀਰਤਨ ਕਰਨਾ ਬਹੁਤ ਡੂੰਘਾਈ ਵਿੱਚ। ਇਹ ਜਦੋਂ ਅੰਤਰੀ ਭਾਵ ਲੱਗਣ ਲੱਗ ਜਾਂਦਾ ਉਦੋਂ ਰਾਗਾਂ ਵਾਲੇ ਕੀਰਤਨ ਵਾਂਗੂ ਕਥਾ ਕਾਫੀ ਡੂੰਘਾਈ ਵਾਲੀ ਬਣ ਜਾਂਦੀ ਹੈ। ਨਵਾਂ ਖੰਡਾਂ ਦਾ ਅਰਥ ਇੱਥੇ ਵੀ ਲਾਉਂਦੇ ਨੇ ਜਿਵੇਂ 9 ਜੋੜਾਂ ਵਾਲੇ ਮਨੁੱਖ ਨੂੰ ਸਰੀਰ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣੇ। ਸਰੀਰ ਵਿੱਚ ਜੋੜ ਤਾਂ ਬਹੁਤ ਨੇ, ਪਰ ਮੁੱਖ ਜੋੜ ਜਿਹੜੇ ਨੇ ਨਾ ਉਹ 9 ਦੱਸੇ ਨੇ। ਇਸ ਕਰਕੇ ਇਹ ਢੰਗ ਦੇ ਨਾਲ 4 ਲੱਤਾਂ ਦੇ, 4 ਬਾਹਾਂ ਦੇ, ਇੱਕ ਗਿੱਚੀ ਦਾ ਜੋੜ, 60 ਸੂਤ, ਨਵ ਖੰਡ 72 ਪਾਠ ਲੱਗੋ ਅਧਿਕਾਈ। ਇਹ ਭਗਤ ਕਬੀਰ ਜੀ ਦੀ ਜਦੋਂ ਆਓਗੇ ਨਾ ਗੌੜੀ ਰਾਗ 'ਚ ਭਗਤ ਬਾਣੀ, ਉਦੋਂ ਸਰੀਰ ਦੀ ਵਿਆਖਿਆ ਬੜੀ ਹੋਣੀ ਆ। 72 ਕਰੋੜ 72 ਲੱਖ 2200 ਪਹਿਲਾਂ 1 ਸੀ, ਫਿਰ 2, ਹੁਣ 210 ਨਾੜੀਆਂ ਗਿਣੀਆਂ। ਇੰਨੀਆਂ ਨਾੜੀਆਂ ਸਰੀਰ ਵਿੱਚ ਕੰਮ ਕਰਦੀਆਂ। ਸਾਰੀਆਂ ਨਾੜੀਆਂ ਨੂੰ ਕੱਢ ਕੇ ਜੇ ਜੋੜ ਲਾ ਕੇ ਧਰਤੀ ਦੇ ਦੁਆਲੇ 4 ਚੱਕਰ ਲਾ ਦੇਣ, ਇੱਕ ਮਨੁੱਖ 'ਚ ਇੰਨੀਆਂ ਨਾੜੀਆਂ ਕੰਮ ਕਰਦੀਆਂ। ਨਵਾਂ ਖੰਡਾਂ ਦਾ ਅਰਥ ਹੈ 9 ਹਿੱਸਿਆਂ ਵਾਲੀ ਨੌਧਾ ਭਗਤੀ ਕਰੇ। ਇਹ ਫਿਰ ਅੱਗੇ ਅੱਗੇ ਇਉਂ ਵਿਦਾਂਤ ਚੱਲਦਾ। ਵਿਦਾਂਤ ਦਾ ਮਤਲਬ ਵੇਦਾਂ ਦਾ ਸਾਰ ਤੱਤ ਕੱਢਣਾ, ਉਹਨਾਂ ਵਿੱਚ ਗਿਆਨ ਦੀ ਬਿਰਤੀ ਲੈਣੀ। ਵੇਦਾਂ ਵਿੱਚ 80,000 ਕਰਮ ਕਾਂਡ ਹੈ, 16,000 ਉਪਾਸਨਾ ਤੇ 4,000 ਸਿਰਫ ਗਿਆਨ ਕਾਂਡ ਹੈ। ਇਉਂ ਨਵਾਂ ਖੰਡਾਂ ਦਾ ਅਰਥ ਨਵੀਨ ਅਖੰਡ ਇੱਕ ਰਸ ਭੇਦ ਭਾਵ ਤੋਂ ਰਹਿਤ, ਅਰਥਾਤ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਜੋ ਪ੍ਰਮਾਤਮਾ ਹੈ ਉਹਨੂੰ ਆਪਣੇ ਹਿਰਦੇ ਵਿੱਚ ਜਾਣੇ ਤਾਂ ਆਰਜਾ ਸ੍ਰੇਸ਼ਟ ਹੁੰਦਾ ਹੈ। ਉਹ ਇਨਸਾਨ ਆਰਜਾ ਦਾ ਅਰਥ ਹੀ ਸ੍ਰੇਸ਼ਟ ਹੈ। ਇਹ ਜਪਜੀ ਸਾਹਿਬ ਦੀ ਜਿਹੜੀ ਪਹਿਲੀ ਕਥਾ ਭਰੀ ਸੀੜੀ ਉਹਦੇ 'ਚ ਇਹ ਜ਼ਿਆਦਾ ਚੀਜ਼ਾਂ ਆਉਣਗੀਆਂ। ਜਾਤੀ ਵਿਜਾਤੀ ਸਵੈਗਤ ਭੇਦ ਰਹਿਤ, ਨਾਲ ਚੱਲੇ ਸਭ ਕੋਏ। ਗਿਆਨ ਹੋਣ ਕਾਲ ਵਿੱਚ ਜਦੋਂ ਵਿਦਿਆ ਦਾ ਅਭਾਵ ਹੁੰਦਾ ਸਰੀਰ 'ਚੋਂ, ਜਿਹਨੂੰ ਅੱਜ ਕੱਲ੍ਹ ਲੋਕ ਮੰਨਦੇ ਨੇ ਮੈਂ ਬੜੀ ਵਿਦਿਆ ਪੜ੍ਹ ਲਈ, ਫੈਲੇ ਵਿਦਿਆ ਹੋਏ ਚਾਨਣ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਹੈ। ਅਸਲ ਵਿੱਚ ਇਹ ਵਿਦਿਆ ਸਾਰੀ ਮਾਇਆ ਦੀ ਹੈ। ਜਦ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਗਏ ਬਾਬਾ ਕਲਿਆਣ ਚੰਦ ਜੀ, ਪਹਿਲੇ ਦਿਨ ਥਾਲ ਵਿੱਚ ਪਤਾਸੇ ਤੋਂ ₹1.25 ਰੁਪਈਆ ਉਤੋਂ ਕੱਪੜਾ ਪਾ ਕੇ ਜਾਂ ਗੁੜ ਸ਼ੱਕਰ ਕੋਈ ਮਿੱਠਾ ਲੈ ਕੇ ਸਕੂਲ ਜਾਂਦੇ ਹੁੰਦੇ, ਜਾਂ ਜਾ ਕੇ ਪਾਂਧੇ ਨੂੰ ਕਿਹਾ ਵੀ ਇਹਨਾਂ ਨੂੰ ਪੜ੍ਹਾਉਣਾ ਹੈ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦ ਥੋੜੇ ਦਿਨ ਲੰਘ ਗਏ, ਉਹ ਪੁਰਾਣੀ ਬੋਲੀ ਹੁੰਦੀ ਸੀ, ਔਂਚੇ ਪੌਂਚੇ ਢਾਇਆ, ਇਹ ਬੋਲੀ ਹੁੰਦੀ ਸੀ। ਪਹਿਲਾਂ ਬੜੇ ਟੇਢੇ ਢੰਗ ਦੀ ਪੜ੍ਹਾਈ ਹੁੰਦੀ ਸੀ, ਔਖੀ ਸੀ ਪਹਿਲਾਂ ਬੜੀ। ਪਹਿਲਾਂ ਹੁੰਦੀ ਸੀ 1 ਦੂਣੀ 2 ਦੂਣੀ 4 ਨਹੀਂ ਸੀ, 2.5 1 2.5 2.5 ਦੂਣੀ 5, 2.5 ਤੀਆ 7.5, 2.5 ਚੌਕਾ 10। ਬੜੀ ਟੇਢੇ ਢੰਗ ਦੀ ਪੜ੍ਹਾਈ ਸੀ, ਔਂਚੇ ਪੌਂਚੇ ਢੌਂਚੇ ਕਹਿੰਦੇ ਸੀ ਉਹਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਂਧੇ ਨੂੰ ਇਹ ਜਿਹੜੀ ਤੂੰ ਪੜ੍ਹਾ ਰਿਹਾ ਔਂਚੇ ਪੌਂਚੇ, ਇਹ ਨਾਲ ਕੀ ਹੁੰਦਾ? ਕਹਿੰਦੇ ਮਹਾਰਾਜ ਇਹ ਜਦੋਂ ਬੰਦਾ ਪੜ੍ਹ ਲੈਂਦਾ ਨਾ, ਜਿਵੇਂ ਤੁਹਾਡੇ ਪਿਤਾ ਜੀ ਪਟਵਾਰੀ ਦਾ ਕੰਮ ਕਰਦੇ, ਫਿਰ ਤੁਸੀਂ ਵੱਡੇ ਹੋ ਕੇ ਪਟਵਾਰੀ ਬਣੋਗੇ। ਕਹਿੰਦੇ ਫਿਰ ਪੈਸੇ ਲਿਆਓ। ਕਹਿੰਦੇ ਫਿਰ ਮਹਾਰਾਜ ਪੁੱਛਦੇ ਕਿ ਉਹ ਦੱਸਦਾ। ਕਹਿੰਦੇ ਫਿਰ ਬੱਚੇ ਜੀ, ਫਿਰ ਵਿਆਹ ਜੀ, ਫਿਰ ਅੱਗੇ ਜੀ। ਕਹਿੰਦੇ ਫਿਰ ਬੰਦਾ ਚੜ੍ਹਾਈ ਕਰਦਾ। ਫਿਰ ਕਹਿੰਦੇ ਪ੍ਰਲੋਕ ਨੂੰ ਕੀ ਲੈ ਕੇ ਜਾਏਗਾ? ਕਹਿੰਦੇ ਪ੍ਰਲੋਕ ਨੂੰ ਤਾਂ ਜੀ ਕੁਛ ਨਹੀਂ ਲੈ ਕੇ ਜਾਂਦਾ। ਕਹਿੰਦੇ ਫਿਰ ਇਹ ਪੜ੍ਹਾਈ ਤਾਂ ਐਵੇਂ ਫਜ਼ੂਲ ਹੀ ਹੋਈ, ਇਹਦਾ ਕੀ ਫਾਇਦਾ? ਫਿਰ ਨਾਮ ਦੀ ਪੜ੍ਹਾਈ ਕਰਾਈ ਗੁਰੂ ਨਾਨਕ ਦੇਵ ਜੀ ਨੇ ਉਹਨੂੰ। ਫਿਰ ਹੁਣ ਸਤਿਗੁਰੂ ਕਹਿੰਦੇ ਨਾਲ ਚੱਲਿਆ ਸਭ ਕੋਈ। ਗਿਆਨ ਹੋਣ ਕਾਲ ਵਿੱਚ ਜਦੋਂ ਵਿਦਿਆ ਦਾ ਅਭਾਵ ਹੁੰਦਾ, ਆਹ ਜਿਹੜੀ ਆਪਾਂ ਵਿਦਿਆ ਕਹਿੰਦੇ ਅਸਲ ਵਿੱਚ ਇਹ ਅਵਿਦਿਆ ਹੈ। ਤਾਈਓ ਲੋਕ ਹੁਣ ਨਾਸਤਿਕ ਜ਼ਿਆਦਾ ਹੋ ਗਏ, ਹਰੇਕ ਗੱਲ ਦੇ ਉੱਤੇ ਕਿੰਤੂ ਤਾਈਓ ਜ਼ਿਆਦਾ ਹੁੰਦਾ। ਤਦ ਅਵਿਦਿਆ ਦੇ ਨਾਲ ਹੀ ਆਸਰੀ ਸੰਪਦਾ ਦਾ ਸਾਰਾ ਪਰਿਵਾਰ ਚਲਾ ਜਾਂਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਦਵੈਸ਼ ਈਰਖਾ ਸ਼ਬਦ ਸਪਰਸ਼ ਰਸ ਰੂਪ ਗੰਧ 5 ਜਣ ਇਹ ਨੇ
क्योंकि कारण दे भाव होण नाल कार्य दा भाव आपे ही हो जाता है। कारण जिहड़ा ना ਉਹਦਾ भाव हो जाए कार्य दा भाव। कारण की रात एक कारण है, सूरज दा छुप जाना, रात दा हो जाना, तारियां दा आ जाना, हनेरे वाले पंछियां दा आ जाना रात नूं। पर ज्यों ही सूरज सवेरे चढ़िया सारा कुछ खत्म हो जाना, तारे भी नहीं दिखते, रात दे विचरण वाले पंछी भी नहीं दिखते, वो जिवें नाश हो जाते ने। इसे तरह जदों तक अविद्या है उदों तक अपने अंदर आसुरी संपदा, अज्ञान, काम, क्रोध, राग, द्वेष ने। ज्यों ही ज्ञान का सूरज अंदर चढ़िया ये सारिया चीज़ों का नाश हो जाना। सारे शुभ गुण ब्रह्म ज्ञानी दे नाल चलदे, नाल चले सब कोई चंगा नाम रखाए कै, जस कीर्त जग ले अपना चंगा नाम ब्रह्म बेता रखा के। इस लोक विच भी उहदी महिमा, परलोक विच भी उहदी महिमा हुंदी। सिद्धां नूं ही समझा रहे ने महाराज, क्योंकि सिद्ध बड़े कोई माड़ी मोटी हस्ती तो है नहीं। वर्ल्ड दे विच सब तो उस वक्त सिद्ध विद्वान ते ज्ञानवान सी। बहुत दुनिया डरदी भी सी इन्हां तो कि सिद्ध लोक ने, तकड़े ने। पर तकड़े होण दे नाल नाल जिवें एक परमात्मा दा गुण कथन कीता मूल मंत्र च, निरभाव ते फिर निर्वैर, ये दो ने। सिद्ध कहंदे कल्ला निरभाव ही कह दिंदे, परमात्मा नूं निर्वैर कहण दी की लोड़ सी। कहने निरभाव तो हरनाक्ष भी सी पर निर्वैर नहीं सी। निरभाव तो रावण भी सी, निर्वैर नहीं सी। इस करके मैनूं नाल निर्वैर लिखना पिया। इसे तरीके नाल ब्रह्म बेता रखा के नाम लोक ते परलोक दे विच ब्रह्म ज्ञानी नूं वडियाई मिलदी है। पर जे तिस नदर ना आवे तां बात ना पुछा कि जेकर तिस ऐसे ना पुरुष नूं ओह परमात्मा नदर आवे, निगाह ना आवे, निगाह आ जावे, कहते उस वक्त रेरे शब्द उच्चारण वाले जमदूत भी ਉਹਦੀ बात नहीं पुछते, भाव तंग नहीं करते ਉਹਨੂੰ। फिर ਜਦੋਂ जमदूत आउंदे ने ਉਹਨੂੰ नहीं परेशान करते, कहते ਉਹਨੂੰ मस्तक टेकते ने। इस तरह ये अंतरीव भाव ने सारे। जिवें भाई नंद लाल जी ने लिखिया ना, बाहोश बाश के हंगाम नौ बहार आमद, बहार आमदो करार आमदो याद आमद। कहते वो ज्ञानवान दोषी पदार्थों विच इंद्रियों विच दोष धारते ने। तो इस तरीके नाल कहते भाई जरा होश कर, बहार आई है मनुखा देह दी, तेरे गुरु कलगीधर वर्गे यार भी आए हुए, तू इकरार भी किया होया। इस करके उन्होंने भी जो भाई नंद लाल दी गज़लां पढ़ते हैं बहुत ज्ञान है उन्होंने, पर क्योंकि वो बोली अरबी फारसी होने करके साधारण व्यक्ति को कहने उसकी समझ नहीं लगती। तो इस तरीके नाल महाराज सच्चे पातशाह ने ये जिहड़ियां बख्शिशां कीतियां, दोषी दोष धरे, दोषी जो विषयी उन्हां विच दोष धारदे ने, क्यों वो मनुखा जन्म निष्फल क्यों गवाई जाते हैं। ब्रह्म ज्ञानी उन्हां च दोष धारदे ने, मनुखा जन्म नूं क्यों खराब करी जा रहे हो भाई। नानक निर्गुणे गुण करे गुणवंतियां गुण दे। महाराज कहने गुणवंतियां गुणां वाले जो महात्मा ने ना, वो निर्गुणियारियां नूं गुण दे के गुणां वाला बना दिंदे ने। उन्हां महात्मा दे गुणां दा प्रत बदला कोई दे ही नहीं सकता, क्योंकि तेहा कोई ना सुझे ही जे तिस गुण कोई करे। महाराज कहते वो महात्मा जिहा होर कोई सुझदा ही नहीं, जेड़ा कोई उन्हां दे गुणां दा प्रतिबादला देना करे। इस करके वो निर्गुण ब्रह्म परमात्मा दे बनाए हुए रब दे प्यारे भी उही कर्म करदे जिहड़ा परमात्मा करदा। परमात्मा जीवां दे विच बैठ के ही अपना कर्म करदा। इस तरीके नाल महाराज ने 117 अखरां दी पौड़ी बख्शिश कीती। 7 पौड़ियां तक कुल 907 अखर बनते ने जपजी साहब दे। इन्नी ही लगा मात्रा ने, जिन्नियां जपजी साहब दे अखर ने इन्नी ही लगा मात्रा नाल नाल ही चलणगीਆਂ। क्यों महाराज सच्चे पातशाह ने 7 पौड़ियां तक पावन उपदेश की दात बख्शिश कीती है। आपां नूं सतगुरु मेहर करन। सो विचार करते करते आपां जदों जपजी साहब का पाठ करिए, ये अंतरीव अर्थ का ना भावें अगे लियाओ तो वैसे ही सुनाए ने माड़े जे, ताकि थोड़ी थोड़ी लाग लगती रहे, बंदा अगे नूं ट्रेंड हो जाता ज्यादा अंतरीव भावां नूं सुणन विच। पर जिहड़ी मुख चीज दसी है महाराज ने भी चारे युग जे लंबी उम्र हो जे, 10 गुणा ज्यादा हो जे, नाल सब तुरन, महिमा कीर्ति करन, चंगा नाम खा के दुनिया चले। पर जे रब की निगाह च ना आया किसी ने गल नहीं पूछनी। इस करके निर्गुणियारियां नूं वाहिगुरू गुण दिंदे ने,
गुणा वाले नूं होर गुण दिंदे ने, पर वह जिहा कोई नहीं जिहड़ा रब नूं गुण दे सके। सारे परमात्मा तो गुण लैंदे। इन्ना सतवीं पौड़ी दा अर्थ तां इन्ना की आ, ये आपां फिर हौली हौली सिख जावांगे। फिर जपजी साहब जिन्ना मर्जी तेज करी जाओ, अर्थ सामने आई जाणगे अखां दे, उदों मन नूं जदों अर्थ मिलण लगे ना, फिर तुहाडा मन कहेगा मैं नहीं किते जाना हूं, क्योंकि मैनूं मेरी खुराक मिल गई। मन की खुराक ही गुरबाणी के अर्थ ने। जदों आपां कल्ली बाणी पढ़दे हां, ध्यान किते होर मन किते होर, उदों मन की एकाग्रता नहीं हुंदी। मन की एकाग्रता अर्थां नाल हुंदी। मन का भोजन ज्ञान है, ज्ञान आपां इहनूं दिंदे नहीं। जदों ही मन नूं ज्ञान मिलण लग पिया, आ जिहड़े अंतरीव भाव ने, इस तों भी उत्ते ज्ञान है, मन होर खुश हुंदा मैनूं होर ज्ञान मिलिया। क्यों ज्ञान इकल्ला ही काम नहीं करता। जे सारी जिंदगी है जा ज्ञान लई गए, भगती ना कीती तां इह ज्ञान हउमे विच बदल जांदा। फिर इस करके दोनों चीज़ां बराबर बराबर रखणियां। अज जिन्ना ज्ञान आपां लिया है, इहदे नाल नाल इन्ना सिमरन भी करना। 1 घंटा कथा सुनी तो 1 घंटा घरे जाके सिमरन भी करियो, तां सतगुरु दी होर बख्शिश होवेगी। भुल्लां चुक्कां दी माफ़ी बख्शणी। हुण शाम नूं भी श्रवण करांगे कथा 7 ਤੋਂ 8 गुरु नानक देव जी का इतिहास चलता है। सवेरे फिर 9 ਤੋਂ 10 का समा रहेगा। जो तब्दील होना समा फिर संगत नूं दस दिता जाएगा। तो इस तरीके नाल सतगुरु महाराज ने बख्शिश करनी है। आओ सिमरन करिए। 2-4 मिनट सिमरन करके अपने मन नूं गुरां दे महावाक अनुसार इत्थे ही कमाई करके फिर ही जावांगे। वाहे गुरु 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 सतनाम वाहेगुरु सतनाम वाहेगुरु सतनाम वाहेगुरु सतनाम वाहेगुरु 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 वाहेगुरु